ਕਰਦਿਆਂ ਹੋਇਆਂ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਇਹ ਸੰਪੂਰਨ ਸ਼ਬਦ ਉਚਾਰਿਆ ਹੈ। ਆਓ ਗੁਰੂ ਕੀ ਬਾਣੀ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਗੁਰੂ ਕੇ ਸਿੱਖਾਂ ਦੇ ਜੀਵਨ ਦੇ ਭਲੇ ਵਾਸਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਸਿੱਖੋ, ਜਿਹੜੀ ਮਨੁੱਖਾ ਦੇਹੀ ਹੈ ਇਹ ਪ੍ਰਾਪਤ ਹੋਈ ਹੈ ਸਾਨੂੰ। ਕਿਉਂ? ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹੀਏ ਤਾਂ ਸਤਿਗੁਰੂ ਨੇ ਇਹ ਬਚਨ ਕਿਹਾ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਜ਼ਰੂਰੀ ਨਹੀਂ ਕਿ ਅਸੀਂ ਮਰ ਗਏ ਆਂ ਤੇ ਫਿਰ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਵੇਗੀ। ਬਹੁਤਾਤ ਸੰਸਾਰ ਦੇ ਜਿਹੜੇ ਲੋਕ ਹਨ ਉਹ ਐਸੀ ਸੋਚ ਰੱਖਦੇ ਵੀ ਬੰਦਾ ਹਮੇਸ਼ਾ ਬੰਦੇ ਦੀ ਜੂਨ ਦੇ ਵਿੱਚ ਹੀ ਰਹਿੰਦਾ। ਪਰ ਜੇ ਗੁਰੂ ਕੀ ਪਵਿੱਤਰ ਬਾਣੀ ਨੂੰ ਪੜ੍ਹੀ, ਮਾਰੇ ਕਹਿੰਦੇ ਕਰਮਾਂ ਉੱਪਰ ਨਿਬੜ ਹੈ। ਇਹ ਤੇ ਗੱਲ ਕਰਮਾਂ ਦੇ ਉੱਪਰ ਨਿਬੜਨੀ ਹੈ ਵੀ ਕਿਹੋ ਜੇ ਤੂੰ ਕਰਮ ਕੀਤੇ ਉਸ ਦੇ ਆਸਰੇ ਤੈਨੂੰ ਅਗਲੀ ਦੇਹੀ ਪ੍ਰਾਪਤ ਹੋਣੀ। ਪਹਿਲੋਂ ਕਰਮਾਂ ਦਾ ਫਲ ਤੇ ਮੁੜ ਕੇ ਕਰਮਾਂ ਦੇ ਅਨੁਸਾਰ ਤੈਨੂੰ ਦੇਹੀ ਪ੍ਰਾਪਤ ਹੋਣੀ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹੀਏ। ਸਤਿਗੁਰੂ ਕਹਿੰਦੇ ਜਿੱਥੇ ਮਨੁੱਖ ਕਰਮਾਂ ਦਾ ਫਲ ਪਰਲੋਕ ਦੇ ਵਿੱਚ ਜਾ ਕੇ ਭੋਗਦਾ ਹੈ, ਕਈ ਐਸੇ ਵੀ ਹਨ ਜਿਹੜੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਇਸ ਲੋਕ ਦੇ ਵਿੱਚ ਵੀ ਭੋਗਦੇ ਹਨ। ਉੱਥੇ ਮਨੁੱਖਾ ਜੀਵਨ ਦੇ ਵਿੱਚ ਜਿਹੜੀਆਂ ਵਾਸ਼ਨਾਵਾਂ ਹਨ ਉਹਨਾਂ ਦੇ ਅਨੁਸਾਰ ਮਨੁੱਖ ਨੂੰ ਜਿਹੜੀ ਦੇਹੀ ਪ੍ਰਾਪਤ ਹੁੰਦੀ ਹੈ। ਕਰਮਾਂ ਦਾ ਫਲ ਦੁੱਖ ਰੂਪ ਵੀ ਹੋ ਸਕਦਾ ਹੈ, ਕਰਮਾਂ ਦਾ ਫਲ ਸੁੱਖ ਰੂਪ ਵੀ ਹੋ ਸਕਦਾ ਹੈ। ਜਿਵੇਂ ਮੰਨ ਲਓ ਕਿਸੇ ਨੇ ਪੁੰਨ ਕਰਮ ਪ੍ਰਾਪਤ ਕੀਤੇ ਹਨ, ਉਹਨੂੰ ਸਵਰਗ ਪ੍ਰਾਪਤ ਹੋ ਗਿਆ। ਪੁੰਨਾਂ ਦੀ ਨਾਸ਼ ਮਾਨਤਾ ਹੋਏ ਇਸ ਸੰਸਾਰ ਦੇ ਵਿੱਚ ਫਿਰ ਉਹਨੂੰ ਜਨਮ ਲੈਣਾ ਪਿਆ। ਜਿਵੇਂ ਆਪਾਂ ਪ੍ਰਸਿੱਧ ਸਾਖੀ ਰਾਜੇ ਨੌਖ ਦੀ ਸੁਣਦੇ ਹਾਂ, ਇਵੇਂ ਇੱਕ ਦੀ ਬਾਤ ਨਹੀਂ, ਬਹੁਤ ਰਾਜੇ ਮਹਾਰਾਜੇ ਜਿਨ੍ਹਾਂ ਨੇ ਜੀਵਨ ਕਾਲ ਦੇ ਵਿੱਚ ਪੁੰਨ ਕੀਤੇ। ਗ੍ਰੰਥਾਂ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਲਿਖਿਆ ਹੋਇਆ ਹੈ ਕਿ ਪੁੰਨ ਕਰਮਾਂ ਨੂੰ ਕਰਕੇ ਉਹ ਇੰਦਰ ਪਦਵੀ ਦੇ ਵਾਰਸ ਵੀ ਬਣ ਗਏ। ਪਰ ਜਦੋਂ ਹੁਣ ਕਿਉਂਕਿ ਜਿੰਨੀ ਕੁ ਪੂੰਜੀ ਆਪਣੇ ਜੇਬ ਦੇ ਵਿੱਚ ਪੈਸੇ ਹੋਣ ਤੇ ਜੇ ਖਰਚੀ ਜਾਈਏ ਤੇ ਉਹ ਖਤਮ ਹੀ ਹੋ ਜਾਂਦੇ। ਇਵੇਂ ਜਦੋਂ ਸਾਰੇ ਖਰਚੇ ਜਾਣ ਫਿਰ ਜੇਬ ਵੀ ਖਾਲੀ ਹੋ ਜਾਂਦੀ ਹੈ। ਇਵੇਂ ਪੁੰਨ ਮਨੁੱਖ ਕਰਦਾ ਰਹਿੰਦਾ ਹੈ। ਇਵੇਂ ਕਰ ਲਈਏ ਵੀ ਪੁੰਨਾਂ ਦੀ ਪੂੰਜੀ ਮਨੁੱਖ ਨੇ ਇਕੱਠੀ ਕਰ ਲਈ, ਤੇ ਜੇ ਪੁੰਨਾਂ ਦੀ ਪੂੰਜੀ ਇਕੱਠੀ ਕੀਤੀ ਹੈ ਉਸ ਦਾ ਜਿਹੜਾ ਫਲ ਹੈ ਉਹ ਸੁਖ ਰੂਪ ਹੈ। ਸੁਖ ਭੋਗ ਕੇ ਵੀ ਜਦੋਂ ਉਹ ਪੂੰਜੀ ਖਤਮ ਹੋ ਜਾਂਦੀ ਹੈ ਫਿਰ ਮਨੁੱਖ ਨੂੰ ਸੰਸਾਰ ਦੇ ਵਿੱਚ ਹੀ ਆਉਣਾ ਪੈਂਦਾ ਹੈ।
ਫਿਰ ਅਗਲਾ ਕਰਮ ਹੈ ਮਨੁੱਖ ਵਾਸ਼ਨਾ। ਜਿਹੋ ਜੀ ਵਾਸ਼ਨਾ ਲੈ ਕਰਕੇ ਇਸ ਸੰਸਾਰ ਦੇ ਵਿੱਚ ਮਰਿਆ, ਉਹੋ ਜੀ ਵਾਸ਼ਨਾ ਲੈ ਕਰਕੇ ਸੰਸਾਰ ਦੇ ਵਿੱਚ ਜਨਮੇਗਾ, ਉਸ ਦੇ ਅਨੁਸਾਰੀ ਮਨੁੱਖ ਦਾ ਜੀਵਨ ਹੋਵੇਗਾ। ਇਹ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਭਗਤ ਤਰਲੋਚਨ ਜੀ ਨੇ ਵੀ ਸਮਝਾਈ ਹੈ। ਜਿਹੜਾ ਆਪਾਂ ਪਾਵਨ ਸ਼ਬਦ ਪੜ੍ਹਦੇ ਆਂ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਜਿਹਦੇ ਮਨ ਦੇ ਵਿੱਚ ਕੇਵਲ ਤੇ ਕੇਵਲ ਧਨ ਇਕੱਤਰ ਕਰਨ ਦੀ ਵਾਸ਼ਨਾ ਹੋਵੇਗੀ, ਮਰੇਗਾ, ਜਦੋਂ ਅਗਲਾ ਜਨਮ ਧਾਰਿਆ ਉਸ ਨੂੰ ਸੱਪ ਦਾ ਧਾਰਨਾ ਪਵੇਗਾ। ਜੇ ਕੋਈ ਕਹੇ ਵੀ ਇਹ ਕਿਵੇਂ ਹੋ ਸਕਦਾ ਹੈ, ਬੰਦਾ ਮਰ ਕੇ ਸੱਪ ਕਿਵੇਂ ਬਣੇਗਾ? ਮੋਗੇ ਜ਼ਿਲ੍ਹੇ ਦੇ ਵਿੱਚ ਲਧਾਈ ਕੇ ਨਗਰ ਹੈ, ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਧਰਤੀ ਗੁਰਦੁਆਰਾ ਕਲਿਆਣਸਰ ਸਾਹਿਬ। ਉਸ ਜਗ੍ਹਾ ਦੇ ਉੱਪਰ ਜਦੋਂ ਆਪਾਂ ਇਤਿਹਾਸ ਪੜ੍ਹੀਏ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਪ ਦਾ ਉਧਾਰ ਕੀਤਾ ਸੀ। ਜਦੋਂ ਉਸ ਦੀ ਰੂਹ ਨਿਕਲੀ, ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੀ ਬੇਨਤੀ ਕਰਨ ਤੋਂ ਉਸ ਨੂੰ ਕਿਹਾ, ਓਏ ਦੱਸ ਤੂੰ ਕੌਣ ਹੈ? ਇਹ ਆਪਾਂ ਇਤਿਹਾਸ ਜਾਣਦੇ ਹੋ। ਕਹਿੰਦੇ ਮੈਂ ਪਹਿਲੇ ਜਨਮ ਦੇ ਵਿੱਚ ਪਖੰਡੀ ਗੁਰੂ ਸੀ। ਭਾਵ ਸਰੀਰ ਹੀ ਹੋਵੇਗਾ ਨਾ, ਮਨੁੱਖਾ ਦੇ ਹੀ ਹੋਵੇਗੀ, ਤਾਂ ਹੀ ਪਖੰਡੀ ਗੁਰੂ ਬਣਿਆ। ਇਵੇਂ ਇੱਕ ਪ੍ਰਮਾਣ ਨਹੀਂ, ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਆਪਾਂ ਪੜ੍ਹ ਕੇ ਵੇਖੀਏ। ਗੁਰਦੁਆਰਾ ਜਾਮਨੀ ਸਾਹਿਬ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ। ਉੱਥੋਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਜਿਹੜਾ ਬੰਦਾ ਸੀ ਉਹ ਪੰਛੀ ਬਣ ਕੇ ਜਨਮਿਆ। ਜ਼ਰੂਰੀ ਨਹੀਂ ਕਿ ਬੰਦਾ ਬੰਦੇ ਦੀ ਜੂਨ ਦੇ ਵਿੱਚ ਹੀ ਹਮੇਸ਼ਾ ਰਹਿੰਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਦੇ ਵਿੱਚ ਸਾਖੀ ਆਉਂਦੀ ਹੈ। ਮਹਾਰਾਜ ਸਾਹਿਬ ਜੀ ਇੱਕ ਨਗਰ ਦੇ ਵਿੱਚ ਗਏ, ਬੜੀ ਭਾਵਨਾ ਰੱਖਣ ਵਾਲਾ ਇੱਕ ਬਜ਼ੁਰਗ ਮਿਲਿਆ। ਸਤਿਗੁਰੂ ਕਹਿੰਦੇ ਹੋਏ ਆ ਤੇਰਾ ਉਧਾਰ ਕਰ ਦਈਏ। ਮਹਾਰਾਜ ਮੈਂ ਤੁਹਾਡੇ ਨਾਲ ਚਲੇ ਗਿਆ ਤੁਰੇ ਫੇਰੇ ਵਾਸਤੇ। ਧੀਆਂ ਪੁੱਤਰ ਕੌਣ ਪਾਲੇਗਾ? ਪੋਤਰਿਆਂ ਨੂੰ ਗੋਦ ਦੇ ਵਿੱਚ ਕੌਣ ਖਿਡਾਵੇਗਾ? ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਚੰਗਾ ਭਾਈ ਮੌਜ ਹੈ ਤੇਰੀ। ਮਰਿਆ ਉਸੇ ਘਰ ਹੀ ਬਲਦ ਬਣ ਕੇ ਜੰਮਿਆ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਫੇਰ, ਕਿਉਂਕਿ ਸਤਿਗੁਰੂ ਇੰਨਾ ਸਮਰੱਥ ਹੈ, ਪਸ਼ੂ ਪ੍ਰੇਤ ਮੁਗਧ ਕਉ ਤਾਰੇ। ਸਤਿਗੁਰੂ ਨੇ ਸਹੇ ਦਾ ਉਧਾਰ ਕੀਤਾ ਸੀ ਨਾ। ਸ੍ਰੀ ਹਜੂਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਪਹਿਲੇ ਜਾਮੇ ਦੇ ਵਿੱਚ ਕੀਤਾ ਹੋਇਆ ਪ੍ਰਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਲਿਆ। ਵੀ ਭਾਈ ਮੂਲਾ ਸਾਡਾ ਸਿੱਖ ਸੀ, ਸ਼ਰਨ ਦੇ ਵਿੱਚ ਰਿਹਾ, ਸਾਡੇ ਨਾਲ ਝੂਠ ਬੋਲਿਆ, ਇਹ ਮੌਤ ਮਰਿਆ ਹੈ, ਪਰ ਸਮਾਂ ਆਵੇਗਾ ਇਸ ਦਾ ਅਸੀਂ ਉਧਾਰ ਜ਼ਰੂਰ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਨਗਰ ਦੇ ਵਿੱਚ ਫੇਰ ਗਏ। ਬਲਦ ਬਣਿਆ ਸੀ, ਕਹਿਣ ਲੱਗੇ ਹੁਣ ਤੇਰਾ ਉਧਾਰ ਕਰ ਦਈਏ। ਤੇ ਉਸ ਵੇਲੇ ਕਹਿੰਦਾ, ਮਹਾਰਾਜ ਜੇ ਮੈਂ ਮਰ ਗਿਆ ਤੇ ਇੱਕ ਤੇ ਇਹਨਾਂ ਦਾ ਕੰਮ ਰੁਕੇਗਾ, ਫਿਰ ਇਹਨੇ ਪੈਸੇ ਖਰਚ ਕੇ ਨਵਾਂ ਬਲਦ ਖਰੀਦਣਾ ਪਵੇਗਾ, ਮੇਰੇ ਧੀਆਂ ਪੁੱਤਰ ਤੇ ਥੱਲੇ ਲੱਗ ਜਾਣਗੇ। ਇਹਨੂੰ ਚੰਗਾ ਹੈ ਮੈਂ ਹੀ ਇਹਨਾਂ ਦਾ ਕੰਮ ਕਾਜ ਕਰੀ। ਸਤਿਗੁਰੂ ਇੰਨੇ ਦੀਨ ਦਿਆਲ, ਗੰਦਗੀ ਦਾ ਕੀੜਾ ਬਣਿਆ। ਉਦੋਂ ਫਿਰ ਉਸ ਦਾ ਉਧਾਰ ਕੀਤਾ। ਇਸ ਵਾਸਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਏ, ਮਨੁੱਖਾ ਦੇਹੀ ਦੇਹੁਰੀ ਇਹ ਤੈਨੂੰ ਪ੍ਰਾਪਤ ਹੋਈ। ਦੇਹੁਰੀ ਦਾ ਅਰਥ ਮਹਾਂਪੁਰਖ ਨੇ ਦਹਲੀਜ਼ ਵੀ ਕੀਤਾ।
ਮਰਜ਼ੀ ਹੈ ਤੇਰੀ ਹੁਣ ਸਰੂਪ ਰੂਪੀ ਘਰ ਦੇ ਵਿੱਚ ਪਰਮੇਸ਼ਰ ਨੂੰ ਸਾਖਿਆਤ ਕਰਨਾ ਹੈ ਜਾਂ ਅਗਿਆਨੀ ਬਣ ਕਰਕੇ ਸੰਸਾਰ ਦੇ ਵਿੱਚ ਭਰਮਣਾ ਹੈ। ਇਸ ਅਵਸਥਾ ਦਾ ਅਭਿਮਾਨੀ ਬਣਨਾ ਹੈ। ਅਬਿਨਾਸੀ ਸੁਖ ਆਪਨ ਆਸਨ, ਜਾਂ ਇਸ ਅਵਸਥਾ ਦਾ ਅਭਿਮਾਨੀ ਬਣਨਾ ਹੈ ਕਿ ਜੰਗਲ ਜੰਗਲ ਕਿਆ ਭਵੇ ਵਨ ਕੰਡਾ ਮੋੜੇ। ਮਰਜ਼ੀ ਤੇਰੀ ਹੈ, ਮੌਜ ਤੇਰੀ ਹੈ। ਵਾਹਿਗੁਰੂ ਪ੍ਰਮਾਤਮਾ ਵੱਲੋਂ ਇਹ ਜਿਹੜੀ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਤੇ ਇਹ ਨਹੀਂ ਵੀ ਕਿਤੇ ਥੋੜੇ ਜੇ ਅਰਸੇ ਤੋਂ ਬਾਅਦਾਂ ਜਦੋਂ ਪਾਵਨ ਪਵਿੱਤਰ ਗੁਰੂ ਕੀ ਬਾਣੀ ਦਾ ਬਚਨ ਪੜ੍ਹੀਏ, ਮਹਾਰਾਜ ਸਾਹਿਬ ਜੀ ਕਹਿੰਦੇ 84 ਲੱਖ ਜੋਨ ਸਬਾਈ। 84 ਲੱਖ ਜੂਨ ਸਬਾਈ ਦਾ ਅਰਥ ਸਾਰੀ ਹੈ। ਮਾਨਸ ਕਉ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁਖ ਪਾਏਗਾ। ਯਾਦ ਰੱਖੀ, ਕਿਸੇ ਵੀ ਕੋਠੇ ਦੇ ਉੱਪਰ ਚੜ੍ਹਨ ਦੇ ਵਾਸਤੇ ਪੌੜੀ ਲਾਈਏ, ਜੇ ਥੱਲੇ ਪੌੜੀ ਦੇ ਡੰਡੇ ਤੋਂ ਡਿੱਗ ਪਈਏ ਤੇ ਸੱਟ ਨਹੀਂ ਲੱਗਦੀ। ਸਿਖਰ ਵਾਲਾ ਡੰਡਾ ਹੋਵੇ, ਖੁਦਾ ਨਾ ਖਾਸਤਾ ਉਹ ਪੌੜੀ ਕਿਤੇ ਤਿਲਕ ਜਾਵੇ, ਸ਼ਾਇਦ ਹੀ ਕੋਈ ਹੱਡ ਪੈਰ ਸਲਾਮਤ ਰਵੇ। ਇਵੇਂ ਹੀ ਹੈ ਮਨੁੱਖਾ ਦੇਹ ਰੂਪੀ ਜਿਹੜੀ ਪੌੜੀ ਹੈ ਨਾ, ਇਹ ਸਿਖਰ ਵਾਲਾ ਡੰਡਾ ਹੈ। ਸੰਸਾਰ ਦੇ ਵਿੱਚ 84 ਲੱਖ ਜੂਨ ਦੀ ਪੌੜੀ ਲੱਗੀ ਹੈ। ਉਸ ਦੇ ਵਿੱਚ ਮੰਨ ਲਓ ਕੋਈ ਵੀ ਦੇਹ ਹੈ, ਜਿਵੇਂ ਕੁੱਤਾ ਹੈ, ਇਹ ਇੱਕ ਡੰਡਾ ਹੈ, ਇਹ ਦੇਹ ਹੀ ਇੱਕ ਡੰਡਾ। ਕੋਈ ਪਸ਼ੂ ਹੈ, ਕੋਈ ਪੰਛੀ ਹੈ, ਕੋਈ ਜਾਨਵਰ ਹੈ, ਇਹ ਸਾਰੇ ਡੰਡੇ ਹਨ ਵੱਖੋ ਵੱਖਰੇ। ਪਰ ਜਿਹੜਾ ਮਨੁੱਖਾ ਦੇਹੀ ਰੂਪੀ ਡੰਡਾ ਹੈ ਨਾ, ਇਹ ਇਸ 84 ਲੱਖ ਜੂਨ ਦੇ ਵਿੱਚ ਇਹ ਸਾਰਿਆਂ ਦੇ ਨਾਲੋਂ ਸਿਖਰ ਵਾਲਾ ਡੰਡਾ ਹੈ। ਤੇ ਯਾਦ ਰੱਖੀ, ਜਿਵੇਂ ਸਿਖਰ ਵਾਲੇ ਡੰਡੇ ਤੋਂ ਡਿੱਗਿਆ ਹੋਇਆ ਬੰਦੇ ਦੇ ਹੱਡ ਪੈਰ ਨਹੀਂ ਨਾ ਬਚਦੇ, ਇਵੇਂ ਜੇ ਇਸ ਦੇਹੀ ਦੇ ਵਿੱਚ ਤੂੰ ਸਿਖਰ ਵਾਲੇ ਡੰਡੇ ਤੋਂ ਤੇਰਾ ਪੈਰ ਖਿਸਕ ਗਿਆ, ਸਿਮਰਨ ਭਜਨ ਨਾ ਕੀਤਾ, ਵਿਕਾਰਾਂ ਵਿਸ਼ਿਆਂ ਦੇ ਵਿੱਚ ਫਸ ਗਿਆ, ਤਿਲਕਦਾ ਰਿਹਾ ਤੂੰ, ਯਾਦ ਰੱਖੀ ਪਤਾ ਨਹੀਂ ਕਿੰਨੇ ਕੁ ਜਨਮ ਭਰਮਣੇ ਪੈਣੇ। ਆਮ ਤੌਰ ਤੇ ਮੁਸਲਮਾਨੀ ਮਤ ਨੇ ਤਾਂ ਇੱਥੋਂ ਤੱਕ ਹੀ ਗੱਲ ਕਥਨ ਕੀਤੀ ਹੈ ਕਿ ਮਨੁੱਖ ਜਦੋਂ ਮਰ ਜਾਂਦਾ ਹੈ ਨਾ, ਫਿਰ ਇਸ ਨੂੰ ਕਬਰ ਦੇ ਵਿੱਚ ਦੱਬਿਆ ਜਾਂਦਾ ਹੈ। ਕਿਆਮਤ ਵਾਲਾ ਦਿਨ ਆਉਂਦਾ ਹੈ ਤੇ ਉਸ ਦਿਨ ਮੁਹੰਮਦ ਸਾਹਿਬ ਇਸ ਦੇ ਕਮਰ ਕਰਮਾਂ ਦੀ ਵਿਚਾਰ ਕਰਦੇ, ਚੰਗੇ ਨੂੰ ਪਿਸਤ ਦੇ ਵਿੱਚ ਲੈ ਜਾਂਦੇ, ਮਾੜੇ ਨੂੰ ਦੋਜ਼ਖ ਦੇ ਵਿੱਚ ਸਿੱਟ ਦਿੰਦੇ। ਸਨਾਤਨ ਮਤ, ਜਿਸ ਨੂੰ ਅਸੀਂ ਹਿੰਦੂ ਮਤ ਕਹਿੰਦੇ ਆ, ਉਹ ਇਵੇਂ ਮੰਨਦਾ ਹੈ ਵੀ 84 ਲੱਖ ਦਾ ਇੱਕ ਗੇੜਾ ਹੈ। ਜਿਵੇਂ ਇੱਕ ਹਲਟ ਦੀਆਂ ਟਿੰਡਾਂ ਹੁੰਦੀਆਂ ਨਾ, ਆਪੋ ਆਪਣੀ ਵਾਰੀ ਦੇ ਮੁਤਾਬਕ ਉਹ ਪਾਣੀ ਕੱਢੀਆਂ ਆਉਂਦੀਆਂ ਹਨ ਖੂਹ ਦੇ ਵਿੱਚ। ਇਵੇਂ ਗੇੜਾ ਹੈ ਮਨੁੱਖ ਦੇਹੀ ਤੋਂ ਲੈ ਕਰਕੇ ਸਾਰਾ ਇਹ ਗੇੜਾ ਆ ਕਰਕੇ ਫੇਰ 83,99,999 ਜੂਨਾਂ ਭੋਗ ਕੇ ਫੇਰ ਇਹ ਮਨੁੱਖਾ ਦੇਹੀ ਪ੍ਰਾਪਤ। ਪਰ ਜੋ ਗੁਰਮਤਿ ਦਾ ਸਿਧਾਂਤ ਹੈ ਉਹ ਇਹ ਹੈ ਕਿ ਜੁਗ ਜੁਗ ਮੇਰ ਸਰੀਰ ਕਾ, ਵਾਸਨਾ ਬੱਧਾ ਆਵੇ ਜਾਏ। ਮਨੁੱਖਾ ਜੀਵਨ ਦੇ ਵਿੱਚ ਜੈਸੀ ਵਾਸ਼ਨਾ ਹੈ, ਇਹ ਨਹੀਂ ਵੀ 84 ਲੱਖੀ ਜੂਨ ਦੇ ਵਿੱਚ ਫਿਰ ਇੱਕ ਵਾਰ ਮਨੁੱਖਾ ਦੇਹੀ ਮਿਲ ਹੀ ਜਾਣੀ ਹੈ। ਪਤਾ ਨਹੀਂ ਕਿੰਨੇ ਕੁ ਜਨਮ, ਕਿੰਨੇ ਕੁ ਜੂਨਾਂ ਭੋਗਣੀਆਂ ਪੈਣ, ਕਈ 84 ਲੱਖ ਜੂਨਾਂ ਬਤੀਤ ਹੋ ਜਾਣ, ਫਿਰ ਵੀ ਇਹ ਮਨੁੱਖਾ ਦੇਹੀ ਨਾ ਮਿਲੇ। ਤੇ ਕਈ ਐਸੇ ਵੀ ਹੁੰਦੇ ਹਨ ਜਿਹੜੇ ਇਸ ਵਾਰ ਮਨੁੱਖਾ ਦੇਹੀ ਦੇ ਵਿੱਚ ਸਰੀਰ ਤਿਆਗੇ,
ਅਗਲੇ ਜਨਮ ਵੀ ਉਹਨਾਂ ਨੂੰ ਮਨੁੱਖਾ ਦੇਹੀ ਤੇ ਮਿਲ ਜਾਂਦਾ ਹੈ। ਜਿਵੇਂ ਆਪਣੇ ਜਥੇ ਦੇ ਵਿੱਚ ਭਾਈ ਸਾਧੂ ਸਿੰਘ ਜੀ ਹੁੰਦੇ ਸਨ, ਉਹ ਪਿਛਲੇ ਜਨਮ ਦੇ ਵਿੱਚ ਉਹ ਸਿੰਘਾਂ ਨੂੰ ਦੱਸਿਆ ਕਰਦੇ ਸੀ ਵੀ ਸਾਡੀ ਇਵੇਂ ਅਸੀਂ ਚੜ੍ਹਾਈ ਕੀਤੇ। ਅਗਲਾ ਜਨਮ ਵੀ ਉਹ ਦੋ ਭਰਾ ਸਨ, ਜਥੇ ਦੇ ਵਿੱਚ ਉਹਨਾਂ ਨੂੰ ਬਿੱਲੇ ਕਿਹਾ ਜਾਂਦਾ ਸੀ। ਵੀ ਪਤਾ ਨਹੀਂ, ਹੋ ਸਕਦਾ ਹੈ ਕਿ ਅਗਲਾ ਜਨਮ ਵੀ ਮਨੁੱਖਾ ਦੇਹ ਹੀ ਮਿਲ ਜਾਵੇ, ਤੇ ਪਤਾ ਨਹੀਂ ਕਿੰਨੇ ਜਨਮ ਮਨੁੱਖ ਭਰਮਦਾ ਰਹੇ ਤਾਂ ਵੀ ਮਨੁੱਖਾ ਦੇਹ ਹੀ ਨਾ ਪ੍ਰਾਪਤ। ਇਸ ਵਾਸਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹੋ, ਹੁਣ ਤੇ ਤੈਨੂੰ ਪ੍ਰਾਪਤ ਹੋਈ ਹੈ ਇਹ ਮਨੁੱਖਾ ਦੇਹ, ਹੁਣ ਤਾਂ ਇਹ ਤੈਨੂੰ ਮਿਲੀ ਹੈ। ਦੇਹੁਰੀਆ ਦਾ ਅਰਥ ਮਹਾਂਪੁਰਖਾਂ ਨੇ ਦੇਹੁਰੀ ਔਰ ਦਹਲੀਜ ਕੀਤਾ। ਯਾਦ ਰੱਖ, ਮਰਜ਼ੀ ਹੈ ਤੇਰੀ, ਜਿਵੇਂ ਬੰਦਾ ਦੇਹੁਰੇ ਦਰਵਾਜ਼ੇ ਦੇ ਉੱਪਰ ਡਿਉੜੀ ਤੇ ਖਲੋਤਾ ਹੋਵੇ, ਜੇ ਘਰ ਵਾਲੇ ਪਾਸੇ ਨੂੰ ਮੂੰਹ ਕਰੇ ਤੇ ਘਰ ਪਹੁੰਚ ਜਾਂਦਾ ਹੈ, ਜੇ ਬਾਹਰ ਵਾਲੇ ਪਾਸੇ ਨੂੰ ਮੂੰਹ ਕਰੇ ਤੇ ਬਾਹਰ ਭਰਮਦਾ ਰਹਿੰਦਾ, ਭਟਕਦਾ ਰਹਿੰਦਾ। ਘਰ ਦੇ ਵਿੱਚ ਸਥਿਰਤਾ ਮਿਲ ਜਾਂਦੀ ਹੈ, ਮੰਜਾ ਬੈਠਣ ਦੇ ਵਾਸਤੇ, ਸੌਣ ਖਾਣ ਪੀਣ ਪਹਿਨਣ ਹੰਡਾਉਣ ਦੇ ਵਾਸਤੇ ਸਾਰਾ ਕੁਝ ਮਿਲ ਜਾਂਦਾ। ਹੋ ਸਕਦਾ ਹੈ ਪਰਿਵਾਰ ਦੇ ਵਿੱਚ ਇਸ ਦਾ ਸਤਿਕਾਰ ਆਦਰ ਵੀ ਹੋਵੇ। ਇਵੇਂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਭਲਿਆ ਜਿਹੜੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲਈ, ਲੋਕ ਦੇ ਵਿੱਚ ਤੇ ਉਹਨਾਂ ਦੀਆਂ ਜੈ ਜੈਕਾਰਾਂ ਹੀ ਹਨ। ਨਾਮ ਧਿਆਏ ਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਰੀ। ਪਰਲੋਕ ਦੇ ਵਿੱਚ ਵੀ ਉਸ ਦੀਆਂ ਜੈ ਜੈਕਾਰਾਂ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਏ, ਦਿਹੁਰੀ ਇਹ ਦਹਲੀਜ ਮਨੁੱਖਾ ਦੇਹੀ ਰੂਪੇ ਤੈਨੂੰ ਪ੍ਰਾਪਤ ਭਈ ਹੋਈ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਜਿਹੜੀ ਵਾਰੀ ਹੈ ਨਾ, ਇਹ ਗੋਬਿੰਦ ਨੂੰ ਮਿਲਣ ਦੀ ਹੈ। ਗੋਬਿੰਦ ਦਾ ਅਰਥ ਕਰ ਲਈਏ ਗੋ, ਜੋ ਬਾਣੀ ਕਰਕੇ ਜਾਣਿਆ ਜਾਂਦਾ ਹੈ, ਭਾਵ ਉਹ ਪਰਮੇਸ਼ਰ ਸਿੱਧੇ ਅਰਥਾਂ ਦੇ। ਕੇਵਲ ਮਨੁੱਖਾ ਦੇਹੀ ਹੈ ਜਿਸ ਦੇ ਵਿੱਚ ਤੂੰ ਰੱਬ ਨੂੰ ਮਿਲ ਸਕਦਾ ਹੈ। ਹੋਰ ਸੰਸਾਰ ਦੇ ਵਿੱਚ ਅਨੇਕਾਂ ਜੂਨਾਂ ਹਨ, ਜਨਮ ਤਾਂ ਉਹ ਵੀ ਸਾਰੇ ਆਪਣਾ ਬਤੀਤ ਕਰਦੇ, ਜਿਹੜੀ ਉਮਰ ਉਹ ਵੀ ਭੋਗਦੇ ਹਨ, ਪਰ ਇਹੋ ਜੀ ਕੋਈ ਦੇਹੀ ਨਹੀਂ ਜਿਹੜੀ ਵਾਹਿਗੁਰੂ ਪ੍ਰਮਾਤਮਾ ਤੱਕ ਆਪਣੀ ਪਹੁੰਚ ਰੱਖਦੀ ਹੋਵੇ। ਮਨੁੱਖਾ ਦੇਹੀ ਦੇ ਵਿੱਚ ਮਨੁੱਖ ਮੰਜ਼ਿਲ ਨੂੰ ਸਰ ਕਰੇਗਾ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਹੋਰ ਕਿਸੇ ਦੇਹੀ ਬਾਰੇ ਜ਼ਿਕਰ ਧਾਰਮਿਕ ਗ੍ਰੰਥਾਂ ਦੇ ਵਿੱਚ ਨਹੀਂ ਆਉਂਦਾ ਕਿ ਫਲਾਨੀ ਦੇਹੀ ਦੇ ਵਿੱਚ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਆਪਾਂ ਇਸ ਦੇਹੀ ਦੇ ਬਾਰੇ ਪੜ੍ਹੀਏ ਤੇ ਕਈ ਭਗਤ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ, ਜਿਨ੍ਹਾਂ ਨੂੰ ਮਨੁੱਖਾ ਦੇਹੀ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੋਈ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਵਾਰੀ ਹੈ ਗੋਬਿੰਦ ਵਾਹਿਗੁਰੂ ਪ੍ਰਮਾਤਮਾ ਦੇ ਮਿਲਣ ਦੀ, ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ। ਤਾਂ ਹੀ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇਹ ਰੇ ਮਨ ਸਾਰਿੰਗ ਪਾਣੀ। ਅਬ ਨ ਭਜਸ ਭਜਸ ਕਬ ਭਾਈ, ਆਵੇ ਅੰਤ ਨ ਭਜਿਆ ਜਾਏ। ਤੇ ਅਖੀਰ ਕਰਦਿਆਂ ਹੋਇਆਂ ਸੰਪੂਰਨਤਾ ਸ਼ਬਦ ਦੀ ਕਹਿ ਕਬੀਰ, ਜੀਤ ਕੈ ਹਾਰ ਬਹੁ ਬਿਦ ਕਹਿਓ ਪੁਕਾਰ ਪੁਕਾਰ। ਕਹਿਣ ਲੱਗੇ, ਭਲਿਆ ਮਨੁੱਖਾ ਦੇਹੀ ਜਿੱਤ ਪ੍ਰਾਪਤ, ਫਤਿਹ ਪ੍ਰਾਪਤ ਕਰਨ ਦੇ ਵਾਸਤੇ ਤੈਨੂੰ ਮਿਲੀ ਹੈ, ਹਾਰ ਨਾ ਜਾਈ। ਇਹ ਤੈਨੂੰ ਅਸੀਂ ਵਾਰ-ਵਾਰ ਕੇ ਭਗਤ ਕਬੀਰ ਜੀ ਕਹਿੰਦੇ, ਵਾਰ-ਵਾਰ ਪੁਕਾਰ ਕੇ ਕਹਿੰਦੇ, ਵਾਰ-ਵਾਰ ਪੁਕਾਰ ਕੇ ਦੱਸਦੇ ਆ ਕਿ ਮਨੁੱਖਾ ਦੇਹੀ ਮਿਲੀ ਹੈ, ਇਸ ਦੇ ਵਿੱਚ ਫਤਿਹ ਜਾਬੀ ਹਾਸਲ ਕਰੀ।
ਇਸ ਵਾਸਤੇ ਸਾਹਿਬ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਇਹ ਗੋਬਿੰਦ ਵਾਹਿਗੁਰੂ ਪ੍ਰਮਾਤਮਾ ਨੂੰ ਤੇਰੀ ਮਿਲਣ ਦੀ ਵਾਰੀ ਹੈ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਹੋਰ ਇਸ ਸੰਸਾਰ ਦੇ ਵਿੱਚ ਜਿਤਨੇ ਵੀ ਕਰਮ ਕਰਦਾ ਹੈ, ਸਵਾਏ ਨਾਮ ਤੋਂ ਉਹ ਤੇਰੇ ਕਿਸੇ ਵੀ ਲੇਖੇ ਵਿੱਚ ਨਹੀਂ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਆਪਾਂ ਪਾਵਨ ਬਚਨ ਪੜ੍ਹਦੇ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾ, ਸਹਿਜ ਜੋਗ ਬੇਬਾਨ। ਇਹ ਸਾਰੇ ਮਨੁੱਖ ਕਰਮ ਆਪਣੇ ਜੀਵਨ ਦੇ ਵਿੱਚ ਕਰੀ ਜਾਵੇ, ਨਾਨਕ ਕਰਤੈ ਲਿਖਿਆ। ਵਾਹਿਗੁਰੂ ਪ੍ਰਮਾਤਮਾ ਨੇ ਇਹ ਮਿਥਿਆ ਹੋਇਆ ਹੈ ਮਨੁੱਖ ਦਾ ਆਉਣਾ ਜਾਣਾ, ਜੇ ਇਹ ਕਰਮਾਂ ਨੂੰ ਜੀਵਨ ਦੇ ਵਿੱਚ ਪਹਿਲ ਦੇਵੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ 7 ਦੀਪਾਂ ਦਾ ਭਲਾ ਕਰਨ ਦੇ ਵਾਸਤੇ ਗਏ, ਇੱਕ ਦੀਪ ਦਾ ਰਾਜਾ ਸੀ। ਬੜੀ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਇਸ ਰਾਜੇ ਨੇ ਨਮਸਕਾਰ ਕੀਤੀ। ਜੇ ਮੈਂ ਭੁੱਲਦਾ ਨਾ ਹੋਵਾਂ ਤੇ ਇਸ ਰਾਜੇ ਦਾ ਨਾਮ ਮਦਰਬੈਨ ਆਉਂਦਾ ਹੈ। ਨਮਸਕਾਰ ਕਰਕੇ ਕਹਿਣ ਲੱਗਾ, ਮਹਾਰਾਜ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹੀ ਸਾਰਿਆਂ ਦੇ ਨਾਲੋਂ ਸਰਬੋਤਮ ਹੈ, ਇਸ ਸਮੇਂ ਦੇ ਵਿੱਚ ਕਿਵੇਂ ਹੈ? ਸਤਿਗੁਰੂ ਸਾਹਿਬ ਜੀ ਨੂੰ ਫੇਰ ਕਿਹਾ, ਮਹਾਰਾਜ ਜਿੰਨੇ ਵੀ ਹੋਰ ਧਰਮ ਕਰਮ ਕਰਦੇ ਹਾਂ ਉਹਨਾਂ ਦਾ ਕੋਈ ਲਾਭ ਨਹੀਂ, ਉਹਨਾਂ ਦਾ ਕੋਈ ਫਲ ਪ੍ਰਾਪਤ ਨਹੀਂ ਹੁੰਦਾ। ਤਾਂ ਕਹਿੰਦੇ ਹਨ ਕਿ ਸਤਿਗੁਰੂ ਸਾਹਿਬ ਜੀ ਨੇ ਰਾਜੇ ਨੂੰ ਇਹ ਬਚਨ ਕਿਹਾ ਕਿ ਆਪਣੇ ਅਹਿਲ ਪਾਕਾਰ ਨੂੰ ਹੁਕਮ ਕਰਕੇ ਕਲਮ, ਦਵਾਤ ਦੇ ਵਿੱਚ ਸਿਆਹੀ ਔਰ ਇੱਕ ਕਾਗਜ਼ ਮੰਗਾ। ਰਾਜਾ ਸਿਆਲਕਾਰ ਨੂੰ ਹੁਕਮ ਕੀਤਾ, ਫਟਾਫਟ ਹਾਜ਼ਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, हे ਰਾਜਨ, ਆਪਣੇ ਹੱਥ ਦੇ ਨਾਲ ਇਸ ਤੇ ਜ਼ੀਰੋਆਂ ਲਿਖ। ਉਸਨੇ ਜ਼ੀਰੋਆਂ ਲਿਖਣੀਆਂ ਸ਼ੁਰੂ ਕਰਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋੜ ਕਰ ਸਾਂ। ਤਾਂ ਮੁਸਕਰਾਉਂਦਾ ਹੋਇਆ ਰਾਜਾ ਕਹਿਣ ਲੱਗਾ, ਮਹਾਰਾਜ ਭਾਵੇਂ ਲੱਖ ਜ਼ੀਰੋਆਂ ਨੂੰ ਜੋੜ ਲਈਏ, ਜ਼ੀਰੋ ਨੂੰ ਜਮਾ ਕਰ ਲਈਏ, ਜ਼ੀਰੋ ਦੇ ਨਾਲ ਉਸ ਦਾ ਉੱਤਰ ਜ਼ੀਰੋ ਹੀ ਆਵੇ। 4 ਤਰੀਕਿਆਂ ਦੇ ਨਾਲ, 4 ਵਸੀਲਿਆਂ ਦੇ ਨਾਲ ਇਸ ਨੂੰ ਅਸੀਂ ਜੋੜ ਜਾਂ ਘਟਾ ਸਕਦੇ ਹਾਂ, ਪਰ ਉਹਨਾਂ ਦਾ ਜਿਹੜਾ ਆਖਿਰਕਾਰ ਨੂੰ ਉੱਤਰ ਹੈ ਉਹ ਜ਼ੀਰੋ ਹੀ ਆਵੇਗਾ। ਚਾਹੇ ਘਟਾਓ ਕਰ ਲਓ, ਜਮਾ ਕਰ ਲਓ, ਗੁਣਾ ਕਰ ਲਓ, ਤਕਸੀਮ ਕਰ ਲਓ, ਮਹਾਰਾਜ ਇਸ ਦਾ ਅਰਥ ਜ਼ੀਰੋ ਹੀ ਆਵੇਗਾ, ਉੱਤਰ ਜ਼ੀਰੋ ਹੀ ਆਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੁਣ ਦੂਸਰਾ ਪਾਸਾ ਕਰਕੇ ਇਸ ਕਾਗਜ਼ ਦਾ ਸਾਰਿਆਂ ਦੇ ਨਾਲੋਂ ਪਹਿਲੋਂ ਇੱਕ ਲਿਖ। ਇੱਕ ਲਿਖਿਆ। ਮਹਾਰਾਜ ਸਾਹਿਬ ਜੀ ਕਹਿੰਦੇ, ਹੁਣ ਜ਼ੀਰੋ ਲਾ। ਕੁਛ ਜ਼ੀਰੋਆਂ ਉਸਨੇ ਲਿਖੀਆਂ। ਸਤਿਗੁਰੂ ਜੀ ਕਹਿੰਦੇ, ਜਦੋਂ ਇੱਕ ਜ਼ੀਰੋ ਲਾਈ ਤੇ ਉਸ ਦੀ 10 ਕੀਮਤ ਕਿਉਂ ਬਣ ਗਈ? ਕਹਿਣ ਲੱਗਾ, ਮਹਾਰਾਜ ਉਸ ਦੇ ਅੱਗੇ ਏਕਾ ਲੱਗਾ ਹੋਇਆ ਸੀ। ਇੱਕ ਜ਼ੀਰੋ ਨਾਲ ਲਾਈ ਤੇ ਉਸੇ ਹੀ ਜ਼ੀਰੋ ਦੀ 10 ਗੁਣਾ ਕੀਮਤ ਹੋਰ ਕਿਉਂ ਵੱਧ ਗਈ? ਕਹਿਣ ਲੱਗਾ, ਮਹਾਰਾਜ ਉਸ ਦੇ ਅੱਗੇ ਏਕਾ ਲੱਗਾ ਹੋਇਆ ਸੀ ਤਾਂ ਕਰਕੇ। ਸਤਿਗੁਰੂ ਜੀ ਕਹਿਣ ਲੱਗੇ, ਇਸ ਕਲਯੁਗ ਦੇ ਸਮੇਂ ਦੇ ਵਿੱਚ ਵੀ ਜੇ ਪ੍ਰਮੁੱਖ ਇੱਕ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹੈ ਤੇ ਸੰਸਾਰ ਦੇ ਵਿੱਚ ਜਿਹੜੇ ਕੀਤੇ ਹੋਏ ਕਰਮ ਉਹ 10 ਗੁਣਾ ਵੱਧ ਫਲੀਭੂਤ ਹੁੰਦੇ। ਨਹੀਂ ਤੇ ਜੇ ਸੰਸਾਰ ਦੇ ਵਿੱਚ ਕੇਵਲ ਕਰਮ ਹੀ ਕਰੀ ਗਏ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਿਬੇਕ।
ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਇਹ ਬਚਨ ਕਹਿੰਦੇ ਵੀ ਸੰਸਾਰ ਦੇ ਵਿੱਚ ਹੋਰ ਜਿੰਨੇ ਮਰਜੀ ਕਰਮ ਕਰ ਲਓ, ਇਸ ਦੇ ਵਿੱਚ ਹੋਰ ਕਰਮਾਂ ਦਾ ਜ਼ਿਕਰ ਹੈ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਨ, ਤਟ ਤੀਰਥ ਧਰਤੀ ਬਹੁ ਭ੍ਰਮਿਓ, ਦੁਬਿਧਾ ਛੁਟਕੈ ਨਾ। ਸਾਰੇ ਕਰਮ ਕਰ ਲਏ ਪਰ ਫਿਰ ਵੀ ਜੇ ਰੱਬ ਦਾ ਨਾਮ ਨਹੀਂ ਜਪਿਆ ਤੇ ਇਹ ਕਰਮ ਮਿੱਟੀ ਹਨ, ਜ਼ੀਰੋ ਹਨ। ਅਖੀਰ ਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਕਿਵੇਂ ਸਫਲਤਾ ਹਾਸਲ ਹੋਵੇਗੀ? ਤਾਂ ਸਤਿਗੁਰੂ ਜੀ ਨੇ ਕਿਹਾ, ਹਰ ਕੀਰਤਨ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਸ ਸਮੇਂ ਦੇ ਵਿੱਚ ਜਿਹੜੀ ਪਰਮੇਸ਼ਰ ਦੀ ਕੀਰਤੀ ਕਰਨੀ ਹੈ ਨਾ, ਉਹ ਸੰਸਾਰ ਦੇ ਵਿੱਚ ਜਿਤਨੇ ਵੀ ਕਰਮ ਹਨ ਉਹਨਾਂ ਸਾਰੇ ਕਰਮਾਂ ਨੂੰ ਸ਼੍ਰੋਮਣੀ ਕਰੋ। ਪਾਵਨ ਗੁਰੂ ਕੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਤਜ ਸਭ ਭਰਮ ਭਜੋ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਕਰ। ਇਹ ਜਿਹੜਾ ਧਰਮ ਹੈ ਸੰਸਾਰ ਦੇ ਵਿੱਚ ਇੱਕ ਵਿਸ਼ਵਾਸ ਪਾਤਰ ਧਰਮ ਹੈ ਕਿ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੋ, ਜਿਸ ਦੇ ਨਾਲ ਜੀਵਨ ਦਾ ਭਲਾ ਹੋ ਜਾਵੇ। ਅਟਲ ਇਹੋ ਧਰਮ, ਇਹਨੂੰ ਕਮਾ ਲਈਏ ਤੇ ਜੀਵਨ ਦੇ ਵਿੱਚ ਕਦੇ ਵੀ ਹਾਨੀ ਨਹੀਂ ਪਹੁੰਚਦੀ। ਇਹ ਸਥਿਰ ਧਰਮ ਹੈ ਸੰਸਾਰ ਦੇ ਵਿੱਚ, ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪ। ਨਹੀਂ ਤਾਂ ਹੋਰ ਜਿਤਨੇ ਵੀ ਕਰਮ ਹਨ, ਗੁਰੂ ਕੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਆ ਨਾ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਨ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਉਹ ਵਾਹਿਗੁਰੂ ਪ੍ਰਮਾਤਮਾ ਜੋ ਬੰਧਨਾਂ ਤੋਂ ਮੁਕਤ ਹੈ, ਜਦੋਂ ਉਸ ਦਾ ਕੀਰਤਨ ਗਾਵਾਂਗੇ ਤੇ ਹੋ ਸਕਦਾ ਹੈ ਨਿਮਖੀ ਜਪਿਆ ਹੋਇਆ ਰੱਬ ਦਾ ਨਾਮ ਮਨੁੱਖ ਦੇ ਜੀਵਨ ਮੁਕਤੀ ਦਾ ਕਾਰਨ ਬਣ ਜਾਵੇ। ਇਧਰ ਲੱਖਾਂ ਕਰਮ ਕਰ ਲਈਏ ਤੇ ਸ਼ਾਇਦ ਹੋ ਸਕਦਾ ਹੈ ਵੀ ਮੁਕਤੀ ਦੀ ਪ੍ਰਾਪਤੀ ਨਾ ਹੋਵੇ। ਕਿਉਂ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਪੁਕਾਰ ਕੇ ਬਚਨ ਕਿਹਾ, ਅਬ ਕਲੂ ਆਇਓ ਰੇ, ਇਕ ਨਾਮ ਬੋਵਹੁ ਬੋਵਹੁ, ਅਨਰੁੱਤ ਨਾਹੀ ਨਾਹੀ, ਮਤ ਭਰਮ ਭੂਲਹੁ ਭੂਲਹੁ। ਇਹ ਸਰੀਰ ਰੂਪੀ ਖੇਤ ਦੇ ਵਿੱਚ ਨਾਮ ਦਾ ਬੀਜ ਬੀਜ, ਕਿਉਂਕਿ ਜਿਹੜੀ ਰੁੱਤ ਹੋਵੇ ਉਹੋ ਜਿਹਾ ਬੀਜ ਬੀਜਿਆ ਜਾਵੇ ਤੇ ਉਹ ਫਲ ਦੇਣ ਦੀ ਸਮਰੱਥਾ ਰੱਖਦਾ ਹੈ। ਜੇ ਰੁੱਤ ਹੋਵੇ ਬੀਜ ਬੀਜ ਦਿੱਤਾ ਜਾਵੇ, ਫਲ ਤੇ ਕੀ ਦੇਣਾ ਹੈ? ਉਹ ਬੀਜ ਵੀ ਧਰਤੀ ਦੇ ਵਿੱਚ ਸਿੱਟਿਆ ਹੋਇਆ ਖਰਾਬ ਹੋ ਜਾਵੇ, ਕਿਉਂਕਿ ਉਸਨੇ ਉਗਣਾ ਹੀ ਨਹੀਂ। ਬੇਸ਼ੱਕ ਆਪਾਂ ਉਸ ਨੂੰ ਜਮਾਉਣ ਦੇ ਵਾਸਤੇ ਬੀਜਿਆ ਹੈ, ਫਸਲ ਦੇ ਵਾਸਤੇ ਬੀਜਿਆ ਹੈ, ਪਰ ਉਸ ਦੀ ਰੁੱਤ ਨਹੀਂ ਹੈ। ਇਸ ਵਾਸਤੇ ਸਿਆਣਾ ਕਿਸਾਨ ਉਹ ਹੈ ਜਿਹੜਾ ਰੁੱਤ ਦੇ ਮੁਤਾਬਕ ਫਸਲ ਦੇ ਵਿੱਚ, ਆਪਣੀ ਖੇਤੀ ਦੇ ਵਿੱਚ, ਖੇਤ ਦੇ ਵਿੱਚ, ਜ਼ਮੀਨ ਦੇ ਵਿੱਚ ਖੇਤੀ ਕਰਦਾ। ਦਾਨਾ ਧਰਮੀ ਉਹ ਹੈ ਜਿਹੜਾ ਸੰਸਾਰ ਦੇ ਵਿੱਚ ਵੇਖਦਾ ਹੈ ਕਿ ਰੁੱਤ ਕੀ ਹੈ, ਧਾਰਮਿਕ ਗ੍ਰੰਥਾਂ ਨੇ ਕੀ ਗੱਲ ਕਹੀ ਹੈ, ਔਰ ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਕੀ ਹੈ, ਕਿਹੜਾ ਕਰਮ ਕਰਾਂ ਜਿਸ ਦੇ ਨਾਲ ਜੀਵਨ ਸਫਲ ਹੋ ਜਾਵੇਗਾ। ਕਿਉਂਕਿ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਇਸ ਕਲਯੁਗ ਦੇ ਵਿੱਚ ਜਿਵੇਂ ਸਾਰਿਆਂ ਦੇ ਨਾਲੋਂ ਸ਼੍ਰੋਮਣੀ, ਤਾਂ ਹੀ ਤਾਂ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਵਾਰ-ਵਾਰ ਇਹ ਉਪਦੇਸ਼ ਦਿੱਤਾ ਗਿਆ ਕਿ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪ। ਜੇ ਧਰਮੀਆਂ ਤੋਂ ਆਪਣੇ ਜੀਵਨ ਦਾ ਭਲਾ ਚਾਹਣਾ ਹੈ, ਧਰਮਧਾਰੀ ਦਾ ਹੀ ਜੀਵਨ ਸਫਲ ਕਰਨ ਦੇ ਵਾਸਤੇ ਹੈ। ਹੋਰ ਕਰਮ ਸੰਸਾਰ ਦੇ ਵਿੱਚ ਕਰਦਾ ਹੈ, ਭਲਾਈ ਦੇ ਕਰਮ ਕਰਦਾ ਹੈ, ਨੇਕੀ ਚੰਗਿਆਈ ਦੇ ਕਰਮ ਕਰਦਾ ਹੈ, ਵਧੀਆ ਗੱਲ ਹੈ, ਮਾੜੀ ਗੱਲ ਨਹੀਂ। ਪਰ ਉਹ ਕਰਮ ਕਰਦਾ ਹੋਇਆ ਇਹ ਨਾ ਸੋਚ ਲਈ ਵੀ ਇਹਨਾਂ ਕਰਮਾਂ ਦੇ ਮੁਤਾਬਕ ਹੀ ਮੈਂ ਮੁਕਤ ਹੋ ਜਾਵਾਂ। ਕਈ ਸੰਸਾਰ ਦੇ ਵਿੱਚ ਭਲਾਈ ਵਾਲੀਆਂ ਸੰਸਥਾਵਾਂ, ਕਲੱਬ ਬਣੇ ਹੋਏ ਹਨ,
ਉਹ ਗਰੀਬਾਂ ਬੇਸਹਾਰਾ ਨੂੰ ਬੜੇ ਪ੍ਰੇਮ ਦੇ ਨਾਲ ਸਾਂਭਦੇ ਹਨ। ਚਲੋ ਉਹਨਾਂ ਦੀ ਸੇਵਾ ਹੈ, ਪਰ ਉਹ ਇਹੋ ਕਹਿੰਦੇ ਵੀ ਸਾਡਾ ਇਹੋ ਹੀ ਨਾਮ ਹੈ, ਸਾਡਾ ਇਹੋ ਹੀ ਗੁਰੂ ਹੈ, ਸਾਡਾ ਇਹੋ ਹੀ ਧਰਮ ਹੈ। ਇਹ ਸੋਚ ਬਿਲਕੁਲ ਗਲਤ ਹੈ। ਸੇਵਾ ਕਰਨੀ ਬੇਸਹਾਰਾ ਲੋੜਵੰਦਾਂ ਦੀ ਉਹ ਜਾਇਜ਼ ਹੈ, ਨਜਾਇਜ਼ ਨਹੀਂ। ਚਾਹੇ ਧਰਮੀ ਹੋਵੇ ਚਾਹੇ ਸੰਸਾਰੀ ਹੋਵੇ, ਇਹ ਮਨੁੱਖ ਦਾ ਫਰਜ਼ ਹੈ, ਜੀਵਨ ਦਾ, ਮਨੁੱਖਾ ਜੀਵਨ ਦਾ ਫਰਜ਼ ਹੈ। ਪਰ ਜੇ ਕਵੇ ਵੀ ਮੈਂ ਇਹੋ ਹੀ ਮੇਰਾ ਨਾਮ ਹੈ, ਇਹੋ ਇਸ ਦੇ ਨਾਲ ਹੀ ਮੈਂ ਮੁਕਤ ਹੋ ਜਾਵਾਂਗਾ, ਇਹ ਉਸ ਦੇ ਮਨ ਦਾ ਇੱਕ ਵਹਿਮ ਹੈ। ਉਹ ਪੁੰਨ ਕਰਮ ਕਰ ਰਿਹਾ ਹੈ, ਤੇ ਗੁਰਬਾਣੀ ਦਾ ਬਚਨ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਉਹ ਧਰਮ ਰਾਜੇ ਦੇ ਜੋਗੇ ਹੀ ਹਨ। ਉਹ ਉੱਥੋਂ ਤੱਕ ਪਹੁੰਚਦਿਆਂ ਹੀ ਸਾਰੇ ਖੁੱਸ ਜਾਣੇ, ਖੋਹ ਲਏ ਜਾਣੇ ਹਨ। ਇਸ ਵਾਸਤੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਚਨ ਕਹਿੰਦੇ, ਭਲਿਆ ਹੋਰ ਕਰਦਾ ਤਾਂ ਹੈ ਕਰਮ, ਪਰ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ। ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪ। ਤਾਂ ਉਹ ਰਾਜਾ ਕਹਿਣ ਲੱਗਾ, ਮਹਾਰਾਜ ਸਮਝ ਨਹੀਂ ਆਈ। ਸਤਿਗੁਰੂ ਕਹਿਣ ਲੱਗੇ, ਸਾਰੇ ਕਰਮਾਂ ਦੇ ਨਾਲੋਂ ਅੱਗੇ ਜੇ ਪਰਮੇਸ਼ਰ ਦਾ ਨਾਮ ਹੋਵੇਗਾ ਨਾ, ਕੀਤੇ ਹੋਏ ਕਰਮ 10 ਗੁਣਾ ਫਲਣਗੇ। ਜਿਵੇਂ ਏਕੇ ਦੇ ਨਾਲ ਲੱਗੀ ਹੋਈ ਜ਼ੀਰੋ ਉਹ 10 ਗੁਣਾ ਰਕਮ ਵਧਾ ਦਿੰਦੀ ਹੈ। ਜੇ ਕੱਲਾ ਏਕਾ ਸੀ, ਜੇ ਜ਼ੀਰੋ ਲੱਗ ਗਈ 10 ਹੋ ਗਿਆ, 10 ਗੁਣਾ ਵੱਧ ਗਈ। ਜੇ 100 ਜੇ ਇੱਕ ਹੋਰ ਜ਼ੀਰੋ 2 ਲੱਗ ਗਈਆਂ, ਫਿਰ 100 ਹੋ ਗਿਆ, ਫਿਰ 10 ਗੁਣਾ ਵੱਧ ਗਈ। ਇਵੇਂ ਪਰਮੇਸ਼ਰ ਦਾ ਨਾਮ ਜੇ ਸਾਰਿਆਂ ਦੇ ਨਾਲੋਂ ਜੀਵਨ 'ਚ ਸ਼੍ਰੋਮਣੀ ਰੱਖਿਆ ਹੈ, ਹੋਰ ਭਲਾਈ ਦੇ ਕਰਮ ਕਰਦਾ ਹੈ, ਲੋੜਵੰਦਾਂ ਦੀ ਸਹਾਇਤਾ ਕਰਦਾ ਹੈ, ਗਰੀਬਾਂ ਦੀ ਸਹਾਇਤਾ ਕਰਦਾ ਹੈ, ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ, ਭੁੱਖੇ ਨੂੰ ਭੋਜਨ ਦਿੰਦਾ ਹੈ, ਪਿਆਸੇ ਨੂੰ ਪਾਣੀ ਪਿਆਉਂਦਾ ਹੈ, ਉਹ ਸਾਰੇ ਕਰਮ ਚੰਗੇ 10 ਗੁਣਾ ਫਲ ਦੇਣਗੇ। ਪਰ ਜੇ ਨਾਲ ਸਾਰਿਆਂ ਦੇ ਨਾਲੋਂ ਪ੍ਰਮੁੱਖ ਪਰਮੇਸ਼ਰ ਦਾ ਨਾਮ, ਤੇ ਜੇ ਕਿ ਪਰਮੇਸ਼ਰ ਦਾ ਨਾਮ ਨਹੀਂ, ਤਾਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਸਾਰਾ ਕੁਝ ਮਿੱਟੀ ਹੀ ਮਿੱਟੀ। ਕਿਉਂ? ਕੀਤੇ ਕਰਮ ਉਹ ਕੁਝ ਸਮੇਂ ਵਾਸਤੇ ਆਪਣੇ ਕੋ ਪੂੰਜੀ ਹੋਵੇਗੀ, ਜਦੋਂ ਪਰਲੋਕ ਨੂੰ ਤੁਰਾਂਗੇ ਉਹ ਰਾਹ ਦੇ ਵਿੱਚ ਹੀ ਖੋਹ ਲੈ ਜਾਏਗਾ। ਜਿੱਥੋਂ ਤੱਕ ਜਿਸ ਜਗ੍ਹਾ ਤੇ ਸਾਨੂੰ ਸਹਾਇਤਾ ਚਾਹੀਦੀ ਸੀ, ਇਵੇਂ ਕਹਿ ਲਈਏ ਕਿ ਜਿਸ ਜਗ੍ਹਾ ਤੇ ਸਾਨੂੰ ਪੈਸਾ ਚਾਹੀਦਾ ਸੀ, ਉਸ ਸਮੇਂ ਸਾਡੇ ਬੋਝੇ ਖਾਲੀ ਹੋਣ, ਜਿੰਨਾ ਉਹਨਾਂ ਦੁੱਖ ਨਸੀਬ ਹੁੰਦਾ ਹੈ, ਉਹਨਾਂ ਪਛੋਤਾਵਾ ਹੁੰਦਾ ਹੈ ਨਾ, ਇਹ ਬਸ ਸਵਾਏ ਪਛੋਤਾਵੇ ਤੋਂ ਹੋਰ ਬੱਲੇ ਕੁਛ ਨਹੀਂ ਪੈਣਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਧ ਸੰਗਤ ਦੇ ਵਿੱਚ ਮਿਲ ਭਜ ਕੇਵਲ ਨਾਮ, ਕੇਵਲ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪ। ਹੋਰ ਜਿਹੜੇ ਸੰਸਾਰ ਦੇ ਵਿੱਚ ਕੀਤੇ ਹੋਏ ਕਰਮ, ਉਹ ਤੇਰੇ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮਹਾਰਾਜ ਹੋਰ ਕੋਈ ਵੀ ਉਦਮ ਨਹੀਂ ਹੈ, ਹੋਰ ਕੋਈ ਤਰੀਕਾ ਵਸੀਲਾ ਨਹੀਂ ਹੈ, ਹੋਰ ਕੋਈ ਵੀ ਯਤਨ ਨਹੀਂ ਹੈ ਇਸ ਸੰਸਾਰ ਤੋਂ ਤਰਨ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੈਨੂੰ ਦੱਸਦਾ ਹੈ ਕਿ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਉਹਨਾਂ ਦੀ ਸੰਗਤ ਦੇ ਵਿੱਚ ਬੈਠ, ਤੇ ਬੈਠ ਕੇ ਉਹਨਾਂ ਦੇ ਗੋਡੇ ਨਾ ਘੁੱਟੀ ਜਾਈ। ਬੈਠ ਕੇ ਕੇਵਲ ਇਹੋ ਹੀ ਨਾ ਸੋਚੀ ਵੀ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਲਈਏ ਤੇ ਜੀਵਨ ਸਫਲ ਹੋ ਜਾਵੇ। ਸਾਧੂ ਵੀ ਉਹ ਹੋਵੇ ਜਿਹਦੀ ਸੰਗਤ ਕੀਤਿਆਂ ਕੇਵਲ ਨਾਮ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਚੇਤੇ ਆਵੇ। ਇਹ ਨਹੀਂ ਵੀ ਪਖੰਡ ਚੇਤੇ ਆਵੇ ਵੀ ਬਾਬਿਆਂ ਕੋਲੇ ਚੱਲੇ ਹੁਣ ਇਹਦੇ ਗਿੱਟੇ ਘੁੱਟਣੇ, ਇਹਦੇ ਪੈਰੀਂ ਹੱਥ ਲਾਉਣਾ, ਇਹ ਚੇਤਾ ਨਾ ਹੋ। ਆਪਾਂ ਜੋ ਸਾਡੇ ਵਡੇਰਿਆਂ ਨੇ ਅਰਦਾਸ ਲਿਖੀ, ਉਸ ਦੇ ਵਿੱਚ ਵੀ ਇਹੀ ਬਚਨ ਹੈ, ਪਿਓ ਪਿਆਰੇ ਮਿਲਨੀ ਜਿਨ੍ਹਾਂ ਮਿਲਿਆ ਵਾਹਿਗੁਰੂ ਪ੍ਰਮਾਤਮਾ ਤੇਰਾ ਨਾਮ ਚੇਤੇ ਆਵੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਵੀ ਇਹ ਬਚਨ ਆਉਂਦਾ
ਕਿ ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਅਸੀਂ ਚਾਹੁੰਦੇ ਹਾਂ ਕੋਈ ਐਸਾ ਆਪਣਾ ਪਿਆਰਾ ਤੂੰ ਮੇਲ ਜਿਸ ਦੇ ਨਾਲ ਸਾਡੇ ਜੀਵਨ ਦਾ ਭਲਾ ਹੋ ਸਕੇ, ਜਿਹੜਾ ਸਾਡੇ ਜੀਵਨ ਨੂੰ ਸਫਲ ਕਰਨ ਦੇ ਵਾਸਤੇ ਸਾਨੂੰ ਉਪਦੇਸ਼ ਦੇ, ਜਿਸ ਦੀ ਸੰਗਤ ਕਰਨ ਦੇ ਨਾਲ ਤੇਰੀ ਰੰਗਤ ਇਸ ਮਨ ਨੂੰ ਚੜ ਜਾਵੇ। ਐਸਾ ਕੋਈ ਰੱਬ ਦਾ ਪਿਆਰਾ ਮੇਲ, ਐਸਾ ਨਾ ਹੋਵੇ ਜਿਹੜਾ ਸਾਡੇ ਜੀਵਨ ਦੇ ਵਿੱਚ ਵੀ ਪਖੰਡ ਦਾ ਵਾਸਾ ਕਰਾ ਦੇਵੇ। ਆਪ ਤੇ ਡੁੱਬਿਆ ਹੀ ਹੈ, ਸਾਨੂੰ ਵੀ ਡੋਬ ਕੇ ਰੱਖ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਯਤਨ ਕਰ ਇਸ ਸੰਸਾਰ ਦੇ ਵਿੱਚੋਂ ਤਰਨ ਦਾ, ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ, ਕੇਵਲ ਪ੍ਰਮਾਤਮਾ ਦਾ ਨਾਮ ਜਪਿਆ ਕਰ। ਭਵਜਲ ਤਰਨ ਕੈ, ਇਹ ਸੰਸਾਰ ਸਮੁੰਦਰ ਨੂੰ ਤਰਨ ਦੇ ਵਾਸਤੇ ਇਹੋ ਯਤਨ ਕਰ, ਇਹ ਉਪਚਾਰ ਕਰ ਜੀਵਨ ਦੇ ਵਿੱਚ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਭਲਿਆ ਜਿਹੜੇ ਤੇਰੇ ਮਨ ਨੂੰ ਮਾਇਆ ਦੀ ਰੰਗਤ ਚੜੀ ਹੋਈ ਹੈ ਨਾ, ਮਾਇਆ ਦਾ ਰੂਪ ਸਵਰੂਪ ਕੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਬਚਨ ਆਉਂਦਾ ਹੈ, ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ। ਪਹਿਲੋਂ ਸਤਿਗੁਰੂ ਨੇ ਇਹ ਪ੍ਰਸ਼ਨ ਕੀਤਾ ਵੀ ਮਾਇਆ ਕਿਹਨੂੰ ਕਹਿੰਦੇ ਹੋ? ਮਾਇਆ ਦਾ ਕਰਮ ਕੀ ਹੈ? ਵੀ ਇਹ ਕਿਵੇਂ ਪਤਾ ਲੱਗੇ ਵੀ ਇਹ ਬੰਦਾ ਮਾਇਆ ਧਾਰੀ ਹੈ? ਮਾਇਆ ਇਹਦੇ ਜੀਵਨ ਦੇ ਵਿੱਚ ਪਹਿਲ ਹੈ ਤੇ ਇਹਦੇ ਜੀਵਨ ਨੂੰ ਉਹ ਪ੍ਰੇਰਿਤ ਕਰ ਰਹੀ ਹੈ, ਤਾਂ ਇਸ ਦਾ ਸਰੀਰ ਤੁਰ ਰਿਹਾ ਹੈ। ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਉੱਤਰ ਦਿੱਤਾ ਕਿ ਦੁੱਖ ਸੁੱਖ ਇਹੋ ਜਿਉ ਵੱਧ ਹੈ। ਮਨੁੱਖਾ ਜੀਵਨ ਨੂੰ ਦੁੱਖਾਂ ਤੇ ਸੁੱਖਾਂ ਦੇ ਵਿੱਚ ਬੰਨ ਕੇ ਜੋ ਮਾਰਦੀ ਹੈ ਨਾ, ਉਹ ਹੈ ਮਾਇਆ। ਤੇ ਅਗਲਾ ਪ੍ਰਸ਼ਨ ਸੀ, ਕਿਆ ਮਾਇਆ ਕਰਮ ਕਮਾਏ? ਮਨੁੱਖ ਕਰਮ ਕਿਹੜੇ ਕਮਾਉਂਦਾ ਹੈ? ਤੇ ਸਤਿਗੁਰੂ ਨੇ ਉੱਤਰ ਦਿੱਤਾ, ਹਉਮੈ ਕਰਮ ਕਮਾਏ। ਜਿੰਨੇ ਵੀ ਜੀਵਨ ਦੇ ਵਿੱਚ ਕਰਮ ਕਰੇਗਾ ਉਹ ਹਉਮੈ ਦੇ ਸਹਿਤ ਕਰੇਗਾ। ਤਾਂ ਸਤਿਗੁਰੂ ਨੇ ਤਾਂ ਇੱਥੋਂ ਤੱਕ ਬਚਨ ਕਿਹਾ ਕਿ ਉਹ ਮਨੁੱਖ ਇਸ ਸੰਸਾਰ ਦੇ ਵਿੱਚ ਬੰਦੇ ਨਹੀਂ, ਤੁਰਦੇ ਫਿਰਦੇ ਤੇ ਬੰਦੇ ਹਨ, ਬੇਸ਼ੱਕ ਹਿਣਕਦੇ ਨਹੀਂ, ਉਹਨਾਂ ਦੇ ਕੰਨ ਨਹੀਂ, ਪੂਛ ਨਹੀਂ, ਪਰ ਉਹ ਗਧੇ ਹਨ ਜਿਹੜੇ ਹੰਕਾਰ ਕਰਦੇ। ਜੀਵਨ ਗਧਿਆਂ ਦੀ ਨਿਆਈ ਹੈ, ਸਰੀਰ ਉਹਨਾਂ ਦਾ ਬੰਦਿਆਂ ਦੀ ਨਿਆਈ ਹੈ, ਜਿਹੜਾ ਹੰਕਾਰ ਸਿਰ ਦੇ ਉੱਪਰ ਚੁੱਕੀ ਫਿਰਦੇ। ਕਿਉਂਕਿ ਹੰਕਾਰ ਇੰਨਾ ਭੈੜਾ ਹੈ, ਕੇਵਲ ਹੰਕਾਰ ਹੈ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਦੱਸਿਆ, ਜਿਹੜਾ ਮਨੁੱਖ ਨੂੰ ਪਾਪੀ ਬਣਾ ਦਿੰਦਾ। ਧਨ ਦੇ ਹੰਕਾਰ ਕਰਕੇ ਮਨੁੱਖ ਗਰੀਬਾਂ ਦੇ ਉੱਪਰ ਤਸ਼ੱਦਦ ਕਰਦਾ। ਇਵੇਂ ਰਾਜ ਦੇ ਹੰਕਾਰ ਕਰਕੇ ਮਨੁੱਖ ਆਪਣੇ ਜਿਹੜੇ ਵਿਰੋਧੀ ਹਨ ਉਹਨਾਂ ਤੇ ਤਸ਼ੱਦਦ ਕਰਦਾ। ਤਾਂ ਹੀ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਇਹ ਬੋਲ ਕਹੇ ਸਨ, ਕਹਿੰਦੇ ਤੇਰਾ ਨਾਮ ਔਰੰਗਜ਼ੇਬ ਨਹੀਂ ਪੁਰਫਰੇਬ ਹੋਣਾ ਚਾਹੀਦਾ ਸੀ, ਛਲੀਆ ਕਪਟੀਆ ਹੋਣਾ ਚਾਹੀਦਾ ਸੀ। ਤੂੰ ਤੇ ਔਰੰਗਜ਼ੇਬ ਨਾਮ ਨੂੰ ਵੀ ਕਲੰਕ ਲਾਤਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਜਿਸ ਸੰਸਾਰ ਦੇ ਵਿੱਚ ਤੂੰ ਜਨਮ ਸਫਲ ਕਰਨਾ ਚਾਹੁੰਦਾ ਹੈ ਤੇ ਇਹ ਗੱਲ ਸਮਝ ਵੀ ਮਾਇਆ ਦੇ ਆਸਰੇ ਇਹ ਤੇਰਾ ਜਨਮ ਹੈ, ਇਹ ਵਿਅਰਥ ਜਲਿਆ ਜਾ ਰਿਹਾ ਹੈ। ਮਹਾਰਾਜ ਕਿਉਂ? ਸਤਿਗੁਰੂ ਕਹਿੰਦੇ ਮਾਇਆ ਹੀ ਉਹ ਚੀਜ਼ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦੇ ਕਾਰਨ ਤੂੰ ਹੰਕਾਰੀ ਹੋ ਰਿਹਾ ਹੈ, ਮਾਇਆ ਦੇ ਕਾਰਨ ਤੇਰੇ ਜੀਵਨ ਦੇ ਵਿੱਚ ਮੋਹ ਦੀ ਪ੍ਰਬਲਤਾ ਹੋ ਰਹੀ ਹੈ।
ਜਿੰਨੇ ਵੀ ਮਨੁੱਖ ਭੈੜੇ ਕਰਮ ਕਰਦਾ ਹੈ ਨਾ, ਜਿਵੇਂ ਇਹ ਕਹਿ ਲਈਏ ਵੀ ਇੱਕ ਦਰਖਤ ਹੁੰਦਾ ਹੈ, ਉਹਦਾ ਤਣਾ ਤੇ ਇੱਕ ਹੈ ਪਰ ਉੱਪਰ ਅਨੇਕਾਂ ਉਸ ਦੀਆਂ ਟਾਹਣੀਆਂ, ਅਨੇਕਾਂ ਉਸ ਦੇ ਟਾਹਣ। ਇਸ ਦੇ ਨਾਲੋਂ ਅੱਗੇ ਲਾ ਲਈਏ ਅਨੇਕਾਂ ਉਸ ਦੇ ਪੱਤੇ ਹੁੰਦੇ, ਅਨੇਕਾਂ ਉਸ ਨੂੰ ਬੀਜ ਲੱਗਦੇ ਹਨ। ਇਵੇਂ ਤਣਾ ਤੇ ਇੱਕ ਹੀ ਹੈ ਮਾਇਆ ਮਨੁੱਖਾ ਜੀਵਨ ਦੇ ਵਿੱਚ ਜਿਸ ਨੇ ਵਾਸਾ ਕੀਤਾ, ਪਰ ਉਸ ਦੇ ਜਿਹੜੀਆਂ ਗਾਂ ਟਾਹਣੇ ਨਿਕਲੇ ਉਹ ਸਨ ਵਿਕਾਰ। ਉਸ ਦੇ ਨਾਲੋਂ ਅੱਗੇ ਜਿਹੜੇ ਉਸ ਦੇ ਪੱਤੇ ਨਿਕਲੇ ਉਹ ਫਿਰ ਨਿਕਲੀਆਂ ਵਾਸ਼ਨਾਵਾਂ। ਇਵੇਂ ਹੈ ਸੀ ਇੱਕ ਦੇ ਆਸਰੇ, ਕਿਉਂਕਿ ਜੇ ਤਣਾ ਹੀ ਖਤਮ ਹੋ ਗਏ ਤੇ ਫਿਰ ਟਾਹਣ ਵੀ ਸੁੱਕ ਜਾਣਗੇ। ਹੌਲੀ ਹੌਲੀ ਇਹ ਕਹਿ ਲਈਏ ਵੀ ਉਸ ਦਰਖਤ ਦੀ ਹੋਂਦ ਹੀ ਖਤਮ ਹੋ ਜਾਵੇਗੀ ਜਿਸ ਦਾ ਤਣਾ ਹੀ ਸੁੱਕ ਜਾਵੇ। ਇਵੇਂ ਮਨੁੱਖਾ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਹੋਂਦ ਉਸ ਦਿਨ ਖਤਮ ਹੋ ਜਾਵੇਗੀ ਜਿਸ ਦਿਨ ਮਾਇਆ ਦਾ ਪ੍ਰਭਾਵ ਮਨੁੱਖਾ ਜੀਵਨ ਦੇ ਉੱਪਰ ਘਟ ਜਾਵੇ, ਖਤਮ ਹੋ ਜਾਵੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਲਿਆ ਬੇਸ਼ੱਕ ਤੈਨੂੰ ਸਮਝ ਨਹੀਂ ਹੈ, ਪਰ ਮਾਇਆ ਦੇ ਆਸਰੇ ਜਿਹੜਾ ਤੇਰਾ ਜਨਮ ਹੈ ਇਹ ਬ੍ਰਿਥਾ ਜਾਤ, ਵਿਅਰਥ ਹੀ ਇਸ ਸੰਸਾਰ ਦੇ ਵਿੱਚ ਜਾਈ ਜਾ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਜਪ ਤਪ ਸੰਜਮ ਧਰਮ ਨਾ ਕਮਾਇਆ। ਇਹ ਕਹਿਣ ਲੱਗੇ ਮਹਾਰਾਜ ਫਿਰ ਕਰੀਏ ਕੀ? ਕਿਵੇਂ ਇਹ ਮਾਇਆ ਦਾ ਪ੍ਰਭਾਵ ਸਾਡੇ ਮਨ ਨਾ ਕਬੂਲੇ? ਤਾਂ ਸਤਿਗੁਰੂ ਕਹਿੰਦੇ ਇੱਕੋ ਵਸੀਲਾ ਹੈ, ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਹੱਥ ਜੋੜ ਕੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਖਲੋ ਕਿ ਮਹਾਰਾਜ ਬਾਣੀ ਕਰਕੇ ਮੇਰਾ ਜਪ ਵੀ ਇੰਨਾ ਨਹੀਂ ਵੀ ਹਰ ਵੇਲੇ ਮੈਂ ਵਾਹਿਗੁਰੂ ਵਾਹਿਗੁਰੂ ਜਾਂ ਹਰ ਵੇਲੇ ਮੈਂ ਬਾਣੀ ਪੜ੍ਹਦਾ ਰਹਾ, ਇੰਨਾ ਮੇਰਾ ਜਪ ਵੀ ਨਹੀਂ। ਤੇ ਮਨ ਕਰਕੇ ਜਾਂ ਇਵੇਂ ਕਹਿ ਲਈਏ ਵੀ ਸਰੀਰ ਕਰਕੇ ਮੇਰਾ ਤਪ ਵੀ ਨਹੀਂ ਹੈ, ਨਹੀਂ ਸੇਵਾ ਕਰਦਾ ਮੈਂ ਆਪਣੇ ਜੀਵਨ ਦੇ ਵਿੱਚ, ਕਿਉਂਕਿ ਗੁਰ ਕੀ ਸੇਵਾ ਤਪਾ ਸਿਰ ਤਪ ਸਾਰ। ਨਹੀਂ ਸੇਵਾ ਕਰਦਾ ਮੈਂ ਆਪਣੇ ਹੱਥਾਂ ਦੇ ਨਾਲ, ਨਹੀਂ ਸੇਵਾ ਕਰ ਸਕਦਾ ਮੈਂ ਗੁਰੂ ਕੀ ਸੰਗਤ ਦੀ, ਤੇ ਨਾ ਹੀ ਮੇਰਾ ਇਹਨਾਂ ਇੰਦਰੀਆਂ ਦੇ ਉੱਪਰ ਕੰਟਰੋਲ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਤਾਂ ਹਾਲਾਤ ਐਸੀ ਹੈ ਕਿ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ਾ, ਉਸਤਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਬਾਸੇ। ਸਤਿਗੁਰੂ ਸਾਹਿਬ ਜੀ ਐਵੇਂ ਸਾਡਾ ਜੀਵਨ ਇਸ ਸੰਸਾਰ ਦੇ ਵਿੱਚ ਬਤੀਤ ਹੋਈ, ਪਰ ਪੀਰ ਮੁਰੀਦਾਂ ਪਿਰ ਹੜੀ ਸੱਚੀ ਰਹਿ ਰਸ। ਸਤਿਗੁਰੂ ਜੀ ਤੇਰੇ ਮੁਰੀਦ ਹਾਂ, ਤੇਰੇ ਸਿੱਖ ਹਾਂ, ਤੇਰੇ ਸ਼ਰਨ ਦੇ ਵਿੱਚ ਆਇਆ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਪ੍ਰਕਰਨ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਬਚਨ ਹੈ ਨਾ, ਕਹਿੰਦੇ ਅਸੀਂ ਵਾਹਿਗੁਰੂ ਪ੍ਰਮਾਤਮਾ ਦੇ ਢਾਡੀ ਹਾਂ, ਉਹਦਾ ਜਸ ਗਾਉਣ ਕਰਨ ਵਾਲੇ। ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਵਾਹਿਗੁਰੂ ਪ੍ਰਮਾਤਮਾ ਦੇ ਸਨਮੁਖ ਹੋ ਕੇ ਰੱਬ ਦਾ ਜਸ ਕੀਤਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਬਚਨ ਆਇਆ, ਢਾਡੀ ਕੋ ਪ੍ਰਭ ਮਹਿਲ ਬੁਲਾਇਆ। ਪ੍ਰਮਾਤਮਾ ਨੇ ਫਿਰ ਸਾਨੂੰ ਆਪਣੇ ਘਰ ਸੱਦਿਆ ਤੇ ਨਾਲ ਹੀ ਇਹ ਗੱਲ ਪੁੱਛ ਲਈ ਕਿ ਕਿਹਦਾ ਅਰਥ ਤੂੰ ਆਇਆ, ਕਿਹੜੇ ਕੰਮ ਆਇਆ ਹੋ। ਤਾਂ ਜਦੋਂ ਐਵੇਂ ਪੁੱਛ ਲਿਆ ਸੱਦ ਕੇ, ਫਿਰ ਅਸੀਂ ਗੁਰੂ ਕੇ ਚਰਨਾਂ ਦੇ ਵਿੱਚ, ਮਹਾਰਾਜ ਸਾਹਿਬ ਜੀ ਦਾ ਇਹ ਬਚਨ ਹੈ ਕਿ ਅਸੀਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਤੀ, ਮਹਾਰਾਜ ਹਰ ਦੇਹੋ ਦਾਨ ਦਇਆਲ ਪ੍ਰਭ ਨਾਨਕ ਮੁਖ ਪਾਇਆ। ਸਤਿਗੁਰੂ ਕਿਰਪਾ ਕਰ, ਦਇਆ ਕਰਕੇ ਸਾਡੇ ਉੱਪਰ ਦਾਨ ਦੇ ਇਹ ਜਿਹੜਾ ਮੁਖ ਹੈ ਨਾ, ਜਿਹਦੇ ਵਿੱਚ ਨਿੰਦਿਆ ਚੁਗਲੀ ਪਈ ਹੈ,
ਜਿਹਦੇ ਵਿੱਚ ਕੇਵਲ ਰਸਤਾਂ ਬਸਤਾਂ ਦਾ ਸਵਾਦ ਹੀ ਛਿਪਿਆ ਹੋਇਆ ਹੈ, ਇਹਦੇ ਵਿੱਚ ਨਾਮ ਵੀ ਪਾ ਦੇ। ਭਾਵ ਇਸ ਦੇ ਨਾਲ ਤੇਰਾ ਨਾਮ ਵੀ ਜਪ ਲਈਏ, ਤੈਨੂੰ ਸਿਮਰ ਵੀ ਲਈਏ, ਤੈਨੂੰ ਚੇਤੇ ਵੀ ਕਰ ਲਈਏ। ਮਹਾਰਾਜ ਸੱਚੇ ਪਾਤਸ਼ਾਹ ਜੀ, ਨਾ ਸਾਡਾ ਇਹਨਾਂ ਸੰਜਮ ਦਾ ਅਰਥ ਇੰਦਰੀਆਂ ਨੂੰ ਅਸੀਂ ਦਮਨ ਵੀ ਨਹੀਂ ਕੀਤਾ। ਇਹ ਨੇਤਰ ਪਰਾਇਆ ਰੂਪ ਵੇਖਦੇ ਹਨ, ਇਹ ਹੱਥ ਹਨ, ਇਹ ਚੋਰੀ ਕਰਨ ਦੇ ਵਾਸਤੇ ਤਿਆਰ ਹੀ ਰਹਿੰਦੇ ਹਨ। ਦੇਖਦੇ ਹਨ ਕਦੋਂ ਘਾਹ ਲੱਗੇ ਤੇ ਕਿਹਦੇ ਘਰੋਂ ਕਿੰਨੇ ਪੈਸੇ ਚੁੱਕਣੇ ਹਨ, ਕਿਹੜੇ ਤਰੀਕੇ ਦੇ ਨਾਲ ਕਿਹਨੂੰ ਲੁੱਟਣਾ ਹੈ। ਇਸੇ ਢੰਗ ਤਰੀਕੇ ਦੇ ਨਾਲ ਪੈਰਾਂ ਦੇ ਨਾਲ ਮਾੜੀ ਭੈੜੀ ਸੰਗਤ ਅਸੀਂ ਕਰਦੇ ਹਾਂ, ਕੰਨਾਂ ਦੇ ਨਾਲ ਅਸੀਂ ਨਿੰਦਿਆ ਚੁਗਲੀ ਸੁਣਦੇ ਹਾਂ, ਜ਼ੁਬਾਨ ਦੇ ਨਾਲ ਕਰਦੇ ਹਾਂ। ਸਰੀਰ ਦੀਆਂ ਜਿਹੜੀਆਂ ਬਾਕੀ ਇੰਦਰੀਆਂ ਹੈ ਉਹ ਸਦਾਈ ਵਿਸ਼ੇ ਵਿਕਾਰ ਭੋਗਣਾ ਚਾਹੁੰਦੀਆਂ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਸੀਂ ਤੁਹਾਨੂੰ ਤੁਹਾਡੇ ਚਰਨਾਂ ਦੇ ਵਿੱਚ ਖਲੋ ਕੇ ਬਚਨ ਕਹਿੰਦੇ, ਮਹਾਰਾਜ ਨਾ ਸਾਡਾ ਕੋਈ ਜਪ ਹੈ, ਨਾ ਕੋਈ ਸਾਡਾ ਤਪ ਹੈ, ਤੇ ਨਾ ਹੀ ਅਸੀਂ ਜਿਹੜਾ ਇੰਦਰੀਆਂ ਨਾ ਇਹਨਾਂ ਦਾ ਸੰਜਮ ਕੀਤਾ। ਇੰਦਰੀਆਂ ਦੇ ਉੱਪਰ ਐਵੇਂ ਕਹਿ ਲਈਏ ਵੀ ਸਾਡਾ ਕੰਟਰੋਲ ਹੀ ਕੋਈ ਨਹੀਂ, ਸਾਡਾ ਜਿਵੇਂ ਮਨ ਕਰਦਾ ਚਾਹੁੰਦਾ ਹੈ ਐਵੇਂ ਉਹ ਚਲਾਉਂਦਾ ਹੈ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਇਹ ਵਾਹਿਗੁਰੂ ਪ੍ਰਮਾਤਮਾ ਸਾਧੂ ਦੀ ਸੇਵਾ ਕਰਕੇ ਤੇਰੀ ਪ੍ਰਾਪਤੀ ਵਾਲਾ ਰਸਤਾ ਵੀ ਨਹੀਂ ਜਾਣਿਆ, ਕਿਉਂਕਿ ਗੁਰੂ ਕੀ ਪਵਿੱਤਰ ਗੁਰਬਾਣੀ ਦੇ ਵਿੱਚ ਪਾਵਨ ਬਚਨ ਆਉਂਦਾ ਹੈ, ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨੇਹੋ ਨਾ ਹੋਈ। ਰਹਾਉ ਹਉ ਟੂਢੇਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ, ਗੁਰ ਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨਹੁ, ਲੇਖ ਲਿਖਿਓ ਧੁਰ ਮਾਥੈ, ਇਹ ਬਿਦ ਨਾਨਕ ਹਰ ਨੈਣ ਅਲੋ। ਜਿਹੜੇ ਤੇਰੇ ਪਿਆਰੇ ਸਨ ਉਹਨਾਂ ਦੇ ਪਾਸੋਂ ਸਾਨੂੰ ਇਹ ਖਬਰ ਮਿਲਣੀ ਸੀ, ਪਰ ਮਹਾਰਾਜ ਉਹਨਾਂ ਦੀ ਸੇਵਾ 'ਚ ਹੀ ਹਾਜ਼ਰ ਨਹੀਂ ਹੋਈ। ਸਾਨੂੰ ਪਤਾ ਹੀ ਨਹੀਂ ਹੈ ਕਿ ਕਿਵੇਂ ਤੇਰੀ ਪ੍ਰਾਪਤੀ ਕਰਨੀ। ਦੂਸਰੀ ਸੇਵਾ ਸਾਧ ਗੁਰੂ ਦੀ ਸੇਵਾ ਨਹੀਂ ਵੀ ਕੀਤੀ। ਗੁਰੂ ਦੀ ਸੇਵਾ ਕੀ ਹੈ? ਗੁਰੂ ਕਾ ਬਚਨ ਕਮਾਉਣਾ। ਨਾ ਗੁਰੂ ਕਾ ਜੀਵਨ ਦੇ ਵਿੱਚ ਬਚਨ ਕਮਾਇਆ, ਨਾ ਹੀ ਵਾਹਿਗੁਰੂ ਪ੍ਰਮਾਤਮਾ ਤੈਨੂੰ ਜਾਣਿਆ ਹੈ। ਕਹੋ ਨਾਨਕ ਹਮ ਨੀਚ ਕਰਮਾ। ਇਹ ਸਤਿਗੁਰੂ ਇਹ ਮੇਰੇ ਨੀਚ ਕਰਮ ਹਨ। ਸਤਿਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਮੇਰੇ RAM ਇਹ ਨੀਚ ਕਰਮ ਹਰ ਮੇਰੇ। हे ਸਤਿਗੁਰੂ ਇਹ ਨੀਚ ਕਰਮ, ਇਹ ਮਾੜੇ ਕਰਮ, ਇਹ ਭੈੜੇ ਕਰਮ ਮੇਰੇ, ਇਹ ਮੇਰੇ ਹਨ, ਮੈਂ ਕਮਾ ਰਿਹਾ ਜੀਵਨ ਦੇ। ਪਰ ਸੁਣਿਆ ਹੈ ਗੁਣਵੰਤਾ ਹਰ ਹਰ ਦਇਆਲਾ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਤੂੰ ਗੁਣਾ ਵਾਲਾ, ਗੁਣ ਬਖਸ਼ਿਸ਼ ਕਰਨ ਵਾਲਾ, ਤੂੰ ਦਇਆਲੂ ਹੈ। ਕਿਰਪਾ ਕਰਕੇ ਮੇਰੇ ਜੀਵਨ ਦੇ ਵਿੱਚੋਂ ਇਹ ਔਗਣੀ ਖਤਮ ਕਰ ਦੇ। ਜਿਵੇਂ ਕੋਈ ਅਮੀਰ ਬੰਦਾ ਹੋਵੇ, ਉਹਦਾ ਕੋਈ ਗਰੀਬ ਮਿੱਤਰ ਹੋਵੇ, ਜਦੋਂ ਧਨ ਦੀ ਲੋੜ ਪਵੇ ਉਹ ਕਵੇ ਤੂੰ ਮੇਰਾ ਮਿੱਤਰ ਹੈ, ਬਾਲ ਸਿਖਾਈ ਥੋੜਾ ਬਹੁਤਾ ਧਨ ਹੀ ਦੇ ਦੇ, ਮੈਨੂੰ ਲੋੜ ਹੈ। ਤੇ ਜੇ ਭਲਾ ਪੁਰਖ ਹੋਵੇਗਾ ਸੋਚੇਗਾ ਵੀ ਮੇਰਾ ਮਿੱਤਰ ਹੈ, ਇਸ ਨੂੰ ਮੈਂ ਧਨ ਦੇ ਹੀ ਦੇਵਾਂ, ਕੋਈ ਗੱਲ ਨਹੀਂ। ਜੇ ਇਸ ਦੇ ਘਰ ਅੱਜ ਗਰੀਬੀ ਹੈ, ਮੇਰੇ ਘਰ ਧਨ ਹੈ। ਇਵੇਂ ਗੁਰੂ ਦੇ ਚਰਨਾਂ ਦੇ ਵਿੱਚ ਜੇ ਭਾਵਨਾ ਦੇ ਨਾਲ, ਮੈਂ ਉਦਣ ਵੀ ਬਚਨ ਕਿਹਾ ਸੀ ਕਿ ਸਿੱਖ ਇਸ ਗੱਲ ਨੂੰ ਕਬੂਲ ਕਰੇ ਕਿ ਮੇਰੇ ਜੀਵਨ ਦੇ ਵਿੱਚ ਆ ਔਗਣ ਹਨ, ਉਦੋਂ ਫਿਰ ਸਤਿਗੁਰੂ ਰਹਿਮਤ ਕਰਦਾ ਹੈ। ਉਸ ਸਿੱਖ ਦੇ ਜੀਵਨ ਦੇ ਵਿੱਚੋਂ ਜਿਹੜੇ ਔਗਣ ਹਨ ਉਹ ਕੱਟ ਦਿੰਦਾ। ਆਪ ਇਤਿਹਾਸ ਪੜ੍ਹ ਕੇ ਵੇਖੋ, ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਾਵਨ ਆਪਾਂ ਇਤਿਹਾਸ ਪੜ੍ਹਿਆ ਹੈ।
ਬਹਾਦਰ ਬਾਬਾ ਬਿਧੀ ਚੰਦ ਸਾਹਿਬ ਕਈ ਲੰਬਾ ਸਮਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਕਰਦਿਆਂ ਹੋ ਗਿਆ। ਜਦੋਂ ਘੋੜਾ ਲੈ ਕੇ ਆਏ ਤੇ ਮਾਤਾਵਾਂ ਨੇ ਬਚਨ ਕਹੇ ਵੀ ਬੜਾ ਔਖਾ ਕੰਮ ਸੀ, ਇੱਕ ਰਾਜ ਦਰਬਾਰ ਦੇ ਅਸਤ ਵੇਲੇ ਦੇ ਵਿੱਚੋਂ ਘੋੜਾ ਲਿਆਉਣਾ। ਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਭਾਗਵਾਨੇ ਇਹ ਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਸਾਰੀਆਂ ਮੱਝਾਂ ਖੋਲ ਕੇ ਲੈ ਆਉਂਦੇ ਸਨ। ਘਰਾਂ ਦੇ ਘਰ ਜਿਨ੍ਹਾਂ ਦੇ ਮੰਨ ਲਓ ਰਾਤ ਨੂੰ ਦੁੱਧ ਚੋਇਆ ਹੁੰਦਾ ਸੀ, ਸਵੇਰ ਨੂੰ ਇੱਕ ਵੀ ਮੱਝ ਨਹੀਂ ਸੀ ਰਹਿਣ ਦਿੰਦੇ। ਤੇ ਮਾਤਾ ਕਹਿੰਦੀ ਵੀ ਏਡਾ ਤਕੜਾ ਚੋਰ ਸਤਿਗੁਰੂ ਸਾਹਿਬ ਜੀ ਦੀ ਮਹਿਲ। ਤਾਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਿਹਾ ਹਾਂ ਏਡਾ ਤਕੜਾ ਹੀ ਮੈਂ ਚੋਰ ਰਿਹਾ। ਇਹ ਤੇ ਭਾਈ ਅਦਲੀ ਜੀ ਦੀ ਕਿਰਪਾ ਹੋਈ ਕਿ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮੈਂ ਆ ਗਿਆ, ਨਹੀਂ ਤਾਂ ਕੋਈ ਸੰਸਾਰ ਦੇ ਵਿੱਚ ਮੈਨੂੰ ਪਕੜ ਨਹੀਂ ਸੀ ਸਕਦਾ। ਇਸ ਸੰਸਾਰ ਦੇ ਵਿੱਚ ਜਿੱਤੇ ਮੈਂ ਚੋਰੀ ਕਰ ਲੈਣਾ ਸਾਂ, ਢੰਗ ਹੀ ਇਹੋ ਜਿਹਾ ਵਰਤਦਾ ਸਾਂ ਵੀ ਸਾਰੇ ਚੋਰ ਕੁੱਟੇ ਜਾਂਦੇ ਸਨ ਪਰ ਮੈਂ ਫਿਰ ਵੀ ਸਲਾਮਤ ਰਹਿ ਜਾਂਦਾ ਸੀ। ਇਹ ਤੇ ਗੱਲ ਹੀ ਨਿੱਕੀ ਜਿਹੀ ਹੈ ਵੀ ਅਸਤ ਵੇਲੇ ਦੇ ਵਿੱਚੋਂ ਘੋੜਾ ਲਿਆਉਣਾ, ਨਾਲੇ ਉਦੋਂ ਤੇ ਮੈਂ ਇਕੱਲਾ ਸਾਂ, ਹੁਣ ਤੇ ਮੇਰੇ ਨਾਲ ਛੇਵੇਂ ਪਾਤਸ਼ਾਹ ਦੀ ਕਿਰਪਾ ਵਰਤ ਰਹੀ ਹੈ। ਇਵੇਂ ਮਹਾਰਾਜ ਸਾਹਿਬ ਜੀ ਨੇ ਫਿਰ ਪ੍ਰਸੰਨ ਹੋ ਕੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਇਵੇਂ ਇੱਕ ਨਹੀਂ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਬੂਲ ਕਰ ਲਈ ਇਹ ਗੱਲ। ਭਾਈ ਲੱਖੂ ਜੀ ਸਨ, ਏਰੀਏ ਦੇ ਵਿੱਚ ਲੱਖੂ ਧਾੜ ਵੀ ਵੱਜਿਆ ਕਰਦੇ ਸੀ। ਸਤਿਗੁਰੂ ਸਾਹਿਬ ਜੀ ਦੇ ਸਿੱਖ ਭਾਈ ਧਿਆਣਾ ਜੀ ਹੋਏ, ਨਗਰ ਪੂਰਾ ਕੋਨਾ, ਉੱਥੇ ਹੀ ਉਹਨਾਂ ਦਾ ਪਵਿੱਤਰ ਤਪ ਸਥਾਨ ਹੈ ਭਾਈ ਧਿਆਣਾ ਜੀ ਦਾ। ਉੱਥੇ ਉਹਨਾਂ ਦੀ ਸੰਗਤ ਦੇ ਵਿੱਚ ਬੈਠੇ ਤਾਂ ਗੁਰਮਤਿ ਦੀ ਸੋਝੀ ਆਈ, ਸਤਿਗੁਰੂ ਦੇ ਚਰਨਾਂ ਦੇ ਵਿੱਚ ਆਏ। ਜੀਵਨ ਐਸਾ ਹੋਇਆ, ਆਪ ਤੇ ਬਾਣੀ ਪੜਨ ਵਾਲੇ ਸਨ, ਕਿੱਥੇ ਲੁੱਟਾਂ ਖੋਹਾਂ ਕਰਕੇ ਪਰਿਵਾਰਕ ਗੁਜ਼ਾਰਾ ਕਰਨਾ, ਆਪਣਾ ਪੇਟ ਭਰਨਾ, ਕਿੱਥੇ ਜੀਵਨ ਗੁਰੂ ਦੀ ਸੰਗਤ ਦੇ ਨਾਲ ਐਸੀ ਰੰਗਤ ਚੜੀ ਕਿ ਲਾਹੌਰ ਦੇ ਵਿੱਚ ਪ੍ਰਚਾਰਕ ਸਿੱਖ ਸਨ। ਜਿਹੜੀ ਬੀਬੀ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੰਠ ਨਹੀਂ ਸੀ ਹੁੰਦਾ, ਉਹਦੇ ਹੱਥੋਂ ਭੋਜਨ ਨਹੀਂ ਸੀ ਛਕਦਾ। ਇਵੇਂ ਜਿਹੜਾ ਆਪਣੇ ਜੀਵਨ ਦੇ ਵਿੱਚ ਔਗਣ ਕਬੂਲ ਕਰ ਲੈਵੇ ਗੁਰੂ ਘਰ ਦੇ। ਭਾਈ ਗੁਰਦਾਸ ਜੀ ਨੇ ਇੱਕ ਪਵਿੱਤਰ ਬਚਨ ਸਮਝਾਇਆ ਹੈ ਗੁਰੂ ਕੇ ਸਿੱਖ ਨੂੰ ਕਿ ਗੁਰਸਿੱਖਾ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਕਹਿ ਮਹਾਰਾਜ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ ਹਉ ਪਰ ਘਰ ਜੋ ਹੰਦਾ, ਨਿੰਦਕ ਦੁਸਤ ਹਰਾਮ ਖੋਰ ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਨ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਤੁਹਾਡੀਆਂ ਸਤਿਗੁਰ ਬਖਸ਼ੰਦਾ। ਪਰ ਇਹ ਰੱਖਦਾ ਮੈਨੂੰ ਕੋਈ ਨਹੀਂ ਸੀ, ਇਹ ਤੇ ਤੁਹਾਡੇ ਚਰਨਾਂ ਦੇ ਵਿੱਚ ਆ ਗਿਆ, ਤੁਸੀਂ ਬਖਸ਼ਿੰਦੋ, ਕਿਰਪਾ ਕਰਕੇ ਬਖਸ਼ ਲਓ। ਇੱਕ ਹੋਰ ਪਵਿੱਤਰ ਵਾਰ ਹੈ, ਮੈਂ ਜਿਹਾ ਨਾ ਅਕਿਰਤ ਘਨ ਹੈ ਪੀ ਹੋਆ ਨਾ ਹੋਵਨ ਹਾਰਾ। ਇਹਦੇ ਵਿੱਚ ਵੀ ਐਵੇਂ ਸਾਰੇ ਔਗਣਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਕਹਿੰਦੇ ਗੁਰੂ ਕੇ ਚਰਨਾਂ ਦੇ ਵਿੱਚ ਕਹਿ ਮਹਾਰਾਜ ਮੇਰੇ ਵਰਗਾ ਅਕਿਰਤ ਘਨ ਵੀ ਕੋਈ ਨਹੀਂ ਹੈ, ਵੀ ਹੋਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਸੀ, ਹੁਣ ਵੀ ਹੈ ਨਾ ਹੋਵਣ ਹਾਰਾ। ਉਮੀਦ ਆਸ ਹੈ ਵੀ ਇੰਨਾ ਕਿਰਤ ਘਨ ਸੰਸਾਰ ਤੇ ਜੰਮੇਗਾ ਨਹੀਂ। ਇੱਕ ਸਵਈਆਂ ਦੇ ਵਿੱਚ ਬਚਨ ਆਉਂਦਾ ਹੈ, ਉਸ ਦੇ ਵਿੱਚ ਭਾਈ ਸਾਹਿਬ ਜੀ ਨੇ ਬਚਨ ਕਿਹਾ, ਤੋ ਸਰ ਅਨਾਥ ਤੋ ਸਰ ਨਾਥ, ਅਨਾਥ ਨਾ ਮੋ ਸਰ, ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ। ਹੇ ਵਾਹਿਗੁਰੂ ਪ੍ਰਮਾਤਮਾ, ਮੇਰੇ ਵਰਗਾ ਸੰਸਾਰ ਦੇ ਵਿੱਚ ਅਕਿਰਤ ਘਨ ਕੋਈ ਨਹੀਂ ਤੇ ਤੇਰੇ ਵਰਗਾ ਕਿਰਤ ਘਨਾਂ ਨੂੰ ਪਾਲਣ ਵਾਲਾ ਕੋਈ ਨਹੀਂ।
ਮਹਾਰਾਜ ਮੇਰੇ ਵਰਗਾ ਗਰੀਬ ਅਨਾਥ ਕੋਈ ਨਹੀਂ, ਜਿਹਨੂੰ ਕੋਈ ਨਹੀਂ ਰੱਖਣ ਵਾਲਾ, ਤੇ ਤੇਰੇ ਵਰਗਾ ਇਹੋ ਜਿਹਾ ਕੋਈ ਨਹੀਂ ਵੀ ਜਿਹੜਾ ਤੇਰੇ ਜਿੰਨੇ ਅਨਾਥਾਂ ਨੂੰ ਆਪਣੀ ਸ਼ਰਨ ਦੇ ਵਿੱਚ ਬਿਠਾ ਕਰਕੇ ਤੇ ਉਹਨਾਂ ਨੂੰ ਵੀ ਮਾਲਕ ਬਣਾ ਦੇਵੇ। ਇਵੇਂ ਇੱਕ ਹੋਰ ਪਾਵਨ ਸਵਈਆ ਆਉਂਦਾ, ਉਸ ਦੇ ਵਿੱਚ ਭਾਈ ਸਾਹਿਬ ਜੀ ਨੇ ਐਸਾ ਸਿਧਾਂਤ ਪ੍ਰਕਰਨ ਦੇ ਤਹਿਤ ਬਖਸ਼ਿਆ, ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੇ, ਪਤਿਤ ਪਾਵਨ ਸੁਨ ਆਸਾ ਉਰ ਤਾਰ। ਸੁਣਿਆ ਹੈ ਕਿ ਇਹ ਰੱਬਾ ਸਤਿਗੁਰੂ ਤੂੰ ਭਗਤਾਂ ਦਾ ਪਿਆਰਾ ਹੈ, ਮਨ ਚ ਨਿਰਾਸ਼ਤਾ ਜੀ ਪੈ ਗਈ ਹੋਗੀ ਤੇ ਭਗਤਾਂ ਵਾਲੇ ਗੁਣ ਹੀ ਕੋਈ ਨਹੀਂ ਜੀਵਨ ਦੇ ਵਿੱਚ। ਤੇ ਫਿਰ ਪੁੱਛਿਆ ਸ਼ਰਨ ਕਿਉਂ ਆ ਗਿਆ, ਤੇ ਬਚਨ ਕਿਹਾ ਪਤਿਤ ਪਾਵਨ ਸੁਨ ਆਸਾ ਹੁਰ ਤਾਰ। ਇਹ ਆਸ ਜੀ ਵੱਜ ਗਈ ਵੀ ਰੱਬ ਪਤਿਤ ਪਾਵਨ ਵੀ ਹੈ, ਵੀ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਭਗਤਾਂ ਦਾ ਪਿਆਰਾ ਤਾਂ ਹੈ, ਚੱਲ ਜਿਹੜੇ ਭਗਤ ਉਹਨਾਂ ਦਾ ਤੇ ਪਿਆਰਾ ਹੋਵੇਗਾ। ਇਸ ਵਾਸਤੇ ਤੇਰੀ ਸ਼ਰਨ ਦੇ ਵਿੱਚ ਆਏ ਆ ਵੀ ਸਾਡਾ ਜੀਵਨ ਪਾਪੀ ਹੈ ਤੇ ਤੇਰੇ ਨਾਲ ਸ਼ਾਇਦ ਲੱਗਣ ਕਰਕੇ ਅਸੀਂ ਵੀ ਪਾਵਨ ਹੋ ਜਾਈਏ। ਜਿਵੇਂ ਪ੍ਰੇਮ ਨਾਲ ਭਗਤ ਨੇ ਬਚਨ ਕਹਿਆ ਨਾ, ਹੇ ਵਾਹਿਗੁਰੂ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਤੈਨੂੰ ਦੁਨੀਆ ਦੇ ਲੋਕ ਪਤਿਤ ਪਾਵਨ ਤਾਂ ਕਹਿਣ ਲੱਗੇ, ਭਗਤ ਕਹਿਣ ਲੱਗੇ ਵੀ ਜੇ ਸਾਡੇ ਵਰਗੇ ਪਾਪੀਆਂ ਨੂੰ ਤੂੰ ਭਗਤ ਬਣਾਇਆ, ਜੇ ਸਾਡੇ ਵਰਗੇ ਪਾਪੀਆਂ ਨੂੰ ਭਗਤੀ ਨਾ ਬਣਾਉਂਦਾ, ਸਾਡੇ ਵਰਗੇ ਪਾਪੀ ਜੰਮਦੇ ਹੀ ਨਾ, ਉਹਨਾਂ ਨੂੰ ਤੂੰ ਪਾਪੀਆਂ ਤੋਂ ਭਗਤੀ ਨਾ ਬਣਾਉਂਦਾ, ਦੁਨੀਆ ਦੇ ਵਿੱਚ ਤੈਨੂੰ ਪਤਿਤ ਪਾਵਨ ਨਹੀਂ ਸੀ ਕਿਸੇ ਨੇ ਵੀ ਕਹਿਣਾ। ਇਸ ਵਾਸਤੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਮੈਂ ਬੇਨਤੀ ਕਰ ਮਹਾਰਾਜ, ਇਹ ਨੀਚ ਕਰਮ ਹਰ ਮੇਰੇ, ਇਹ ਮੇਰੇ ਨੀਚ ਕਰਮ ਹਨ, ਪਰ ਗੁਣਵੰਤਾ ਹਰ ਹਰ ਦਇਆਲਾ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਮਹਾਰਾਜ ਅਵਗੁਣਾਂ ਦਾ ਭਰਿਆ ਹੋਇਆ, ਤੂੰ ਕਿਰਪਾ ਕਰ, ਤੂੰ ਗੁਣਾਂ ਨੂੰ ਬਖਸ਼ਣ ਵਾਲਾ ਹੈ, ਤੇਰਾ ਸੁਭਾਅ ਦਿਆਲੂ ਹੈ। ਜੀਵਨ ਦੇ ਵਿੱਚ ਜਿੰਨੇ ਵੀ ਅਵਗੁਣ ਹਨ ਉਹ ਨਾਸ਼ ਕਰਦਾ। ਪੁੱਛਿਆ ਕਿਹੜੇ, ਤੇ ਕਹਿਣ ਲੱਗੇ ਜੀ ਕੰਚਨ ਨਾਰੀ ਮਹਿ ਜਿਉ ਲੁਭਤ ਹੈ, ਮੋਹ ਮੀਠਾ ਮਾਇਆ। ਧਨ ਪੈਸੇ ਦੌਲਤ ਦੇ ਵਿੱਚ, ਇਸਤਰੀ ਦੇ ਵਿੱਚ ਇਹ ਮਨ ਮੋਹਿਆ ਜਾਂਦਾ ਹੈ, ਮਨ ਫਸਦਾ ਹੈ। ਪਰਾਈ ਇਸਤਰੀ ਦੇਖਦਾ ਮਨ ਦੇ ਵਿੱਚ ਵਿਕਾਰਾਂ ਵਾਲੀ ਛਲ ਉੱਠਦੀ ਹੈ, ਧਨ ਦੌਲਤ ਵੇਖਦਾ ਛਲ ਉੱਠਦੀ ਹੈ ਵੀ ਕਿਵੇਂ ਇਹਨਾਂ ਨੂੰ ਇਕੱਤਰ ਕਰ ਲਵਾਂ। ਫਿਰ ਮੋਹ ਮੀਠਾ ਮਾਇਆ, ਇਹ ਤੇਰੀ ਪਸਾਰੀ ਹੋਈ ਜਿਹੜੀ ਮਾਇਆ ਹੈ ਮਿੱਠੀ ਲੱਗਦੀ, ਇਹਦੇ ਨਾਲ ਮੋਹ ਪੈਦਾ ਹੁੰਦਾ। ਇਵੇਂ ਮਹਾਰਾਜ ਜੀਵਨ ਹੋਰਾਂ ਰਸਾਂ ਦੇ ਵਿੱਚ ਉਲਝਿਆ ਹੋਇਆ ਹੈ, ਫਸਿਆ ਹੋਇਆ ਹੈ, ਤੂੰ ਕਿਰਪਾ ਕਰ, ਸਾਡੇ ਇਹ ਨੀਚ ਕਰਮ ਹਨ। ਸਰਣ ਪਰੇ ਕੀ ਰਾਖੋ ਸਰਮਾ। ਮਹਾਰਾਜ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਪਏ, ਸਾਡੀ ਆਪਣੀ ਸ਼ਰਨ ਦੇ ਵਿੱਚ ਪਿਆਂ ਦੀ ਸਰਮਾ ਇੱਜ਼ਤ ਰੱਖ ਲੈ, ਲਾਜ ਰੱਖ ਲੈ। ਕਿਉਂ? ਤਾਂ ਸਤਿਗੁਰੂ ਨੇ ਇਹ ਬਚਨ ਕਹਿ ਕਿ ਗੁਰਸਿੱਖਾ ਬੇਨਤੀ ਕਰ, ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਹਾਰੀ ਆਇਓ, ਨਾਨਕ ਕੇ ਪ੍ਰਭ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਸਸਾ ਸਰਨ ਪਰੇ ਅਬਹਾਰੇ, ਸ਼ਾਸਤਰ ਸਿਮਰਤ ਵੇਦ ਵਿਚਾਰੇ, ਸੋਧਤ ਸੋਧਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਸ ਸਾਸ ਹਮ ਭੂਲਨ ਹਾਰੇ, ਤੁਮ ਸਮਰੱਥ ਅਗਣਤ ਅਪਾਰੇ, ਸਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਪਿਆ, ਕਿਰਪਾ ਕਰਕੇ ਸਾਡੇ ਜੀਵਨ ਨੂੰ ਬਚਾ ਲਓ, ਇਸ ਜੀਵਨ ਦਾ ਭਲਾ ਕਰੋ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਜੀਵਨ ਦਾ ਭਲਾ ਹੋਵੇ, ਗੁਰੂ ਕੇ ਚਰਨਾਂ ਦੇ ਵਿੱਚ ਰਹੀਏ, ਸਤਿਗੁਰੂ ਦਾ ਉਪਦੇਸ਼ ਜੀਵਨ ਦੇ ਵਿੱਚ ਵਸੇ, ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ। ਇੱਥੇ ਹੀ ਕਥਾ ਨੂੰ ਵਿਸ਼ਰਾਮ ਹੈ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ